ਆਨੰਦਪੁਰੀ ਦਾ ਜੋ ਦ੍ਰਿਸ਼ ਹੈ ਉਹਦੇ ਬਾਰੇ ਦੱਸਣਾ ਕਰਦੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਿਰ ਕਿਰਪਾ ਕਰਦੇ ਹਨ ਆਪਣੇ ਉਹਨਾਂ ਸਿੱਖਾਂ ਦੇ ਉੱਪਰ। ਉਹਨਾਂ ਨੂੰ ਕਿਉਂਕਿ ਜਿਹੜੀ ਰੱਬੀ ਬਾਣੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਲਿਖੀ, ਉਹਨਾਂ ਦੇ ਵਿੱਚੋਂ ਆਪਾਂ ਵੈਰਾਗਮਈ ਕਹਿੰਦੇ ਆ ਕਿ ਇਹ ਬਾਣੀ ਹੈ, ਇਹ ਸ਼ਲੋਕ ਨੇ ਜਿਹੜੇ ਸਭ ਤੋਂ ਅਖੀਰ ਤੇ ਅਸੀਂ ਪੜ੍ਹਦੇ ਹਾਂ 9ਵੇਂ ਮਹੱਲੇ ਦੇ ਸ਼ਲੋਕ। ਉਹਨਾਂ ਵਿੱਚੋਂ ਕਵੀ ਜੀ ਦੇ ਮੁਤਾਬਕ ਕਿ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਿੱਖਾਂ ਨੂੰ ਧਰਵਾਸ ਦਿੱਤਾ ਔਰ ਆਪਣੇ ਸਿੱਖਾਂ ਨੂੰ ਰੱਬੀ ਬਾਣੀ ਨਾਲ ਜੁੜਨ ਦੇ ਲਈ ਤਕੀਦ ਕੀਤੀ। ਰਾਮ ਗਇਓ ਰਾਵਨ ਗਇਓ ਜਾਂ ਕੋ ਬਹੁ ਪਰਿਵਾਰ, ਕਹੂ ਨਾਨਕ ਤਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਵੀ ਸੰਸਾਰ ਦੀ ਧਰਤੀ ਤੇ ਅੱਜ ਤੱਕ ਕੋਈ ਵੀ ਥਿਰ ਨਹੀਂ ਰਿਹਾ। ਰਾਮਚੰਦਰ ਜੀ ਅਵਤਾਰ ਸਨ। ਰਾਵਣ ਜਿਹਦਾ ਬਹੁਤ ਵੱਡਾ ਪਰਿਵਾਰ ਸੀ, 1 ਲੱਖ ਪੂਤ 1.25 ਲੱਖ ਨਾਤੀ, ਜਿਹਦਾ ਐਡਾ ਵੱਡਾ ਪਰਿਵਾਰ ਸੀ। ਸਾਹਿਬ ਕਹਿੰਦੇ ਤੈ ਘਰ, ਉਹਦੇ ਘਰ ਦੇ ਅੰਦਰ ਦੀਆ ਨਾ ਬਾਤੀ, ਉਹਦੇ ਘਰ 'ਚ ਕੋਈ ਜਗਾਉਣ ਵਾਲਾ, ਦੀਵਾ ਬੱਤੀ ਜਗਾਉਣ ਵਾਲਾ ਵੀ ਕੋਈ ਨਹੀਂ ਰਿਹਾ। ਇਹ ਸਦਕਾ ਸੰਸਾਰ ਦੀ ਧਰਤੀ ਦੇ ਉੱਪਰ ਕੋਈ ਵੀ ਥਿਰ ਨਹੀਂ ਹੈ। ਇੱਥੇ ਜੋ ਆਇਆ ਹੈ ਉਹਨੇ ਸੰਸਾਰ ਦੀ ਧਰਤੀ ਤੋਂ ਇੱਕ ਦਿਨ ਚਲੇ ਜਾਣਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਨੁੱਖ ਨੂੰ ਵੇਖੋ, ਜਿੱਥੇ ਭਗਤ ਸਾਹਿਬਾਨਾਂ ਨੇ ਸਮਝਾਇਆ ਹੈ, ਦਿਨ ਤੇ ਪੈਰ ਪੈਰ ਤੇ ਘਰੀਆਂ ਆਪ ਘਟਾ ਤਨ ਸੀਜੈ, ਕਾਲ ਅਖੇਰੀ ਫਿਰਾਂ ਬਦਿਕ ਜੋ, ਕਹੋ ਕਵਨ ਵਿਦ ਕੀਜਾ ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕਹੂ ਹੈ ਕਾਕਾ। ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸ਼ਰਨਾ। ਇੱਕ ਪਰਮਾਤਮਾ ਦੀ ਸ਼ਰਨ ਪੈ ਕੇ ਨਾਮ ਜਪ। ਸਰੀਰ ਢਲਦਾ ਹੈ, ਦਿਨ ਪ੍ਰਤੀ ਦਿਨ ਖਤਮ ਹੋਣ ਵਾਲਾ ਹੈ। ਜਿੱਥੇ ਭਗਤ ਸਾਹਿਬਾਨਾਂ ਨੇ ਸਮਝਾਇਆ ਹੈ, ਉੱਥੇ ਗੁਰੂ ਸਾਹਿਬਾਨਾਂ ਦੀ ਰੱਬੀ ਬਾਣੀ ਦੇ ਅੰਦਰ ਜਗ੍ਹਾ ਜਗ੍ਹਾ ਤੇ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਵੀ ਸਰੀਰ ਨਾਸ਼ਵਾਨ, ਇਹਨੇ ਖਤਮ ਹੋ ਜਾਣਾ। ਤੇ ਜਿੰਨਾ ਸਮਾਂ ਤੈਨੂੰ ਮਿਲਿਆ ਨਾ, ਇਸ ਸਮੇਂ 'ਚ ਰਹਿ ਕੇ ਤੂੰ ਕਰਤਾਰ ਦੀ ਬੰਦਗੀ ਕਰ ਲੈ, ਜੇ ਤੂੰ ਪ੍ਰਵਾਨ ਹੋਣਾ ਚਾਹੁੰਦਾ। ਕਿਉਂਕਿ ਜਿਉਂਦੇ ਜੀ ਪ੍ਰਵਾਨ ਹੋਇਆ ਜਾ ਸਕਦਾ ਹੈ, ਮਰਨ ਤੋਂ ਬਾਅਦ ਪ੍ਰਵਾਨਤਾ ਦੀ ਗੱਲ ਨਹੀਂ। ਅਸੀਂ ਜ਼ਰੂਰ ਕਰਦੇ ਹਾਂ, ਪਰ ਸਾਹਿਬ ਕਹਿੰਦੇ ਜਿਉਂਦਿਆਂ ਜੀ ਜੀਵਨ ਮੁਕਤ ਸੁਆਖੀ ਅਮਰ ਜੀਵੈ ਮਰੀਆ। ਇਸ ਸਦਕਾ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੋ ਰੱਬੀ ਕਲਾਮ ਕਰਤੇ ਦੇ ਘਰ ਤੋਂ ਆਇਆ, ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਣ ਦਾ ਯਤਨ ਕਰਦੇ ਨੇ, ਭਲਿਓ ਇੱਥੇ ਅਸੀਂ ਵੀ ਰਹਿਣ, ਕਿਉਂਕਿ ਸ਼ਹਾਦਤ ਦਾ ਦਿਨ ਨੇੜੇ ਆ ਰਿਹਾ। ਗੁਰੂ ਤੇਗ ਬਹਾਦਰ ਮਹਾਰਾਜ ਜਿੱਥੇ ਸਿੱਖ ਸ਼ਹੀਦ ਕੀਤੇ ਗਏ, ਉੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਵੀ ਸ਼ਹੀਦ ਕਰ ਦੇਣਾ। ਸਿੱਖ ਜਿਹੜੇ ਭਾਵਨਾ ਵਾਲੇ ਨੇ, ਪਿਆਰ ਕਰਨ ਵਾਲੇ ਨੇ, ਉਹ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਆ ਕੇ ਬੇਨਤੀਆਂ ਅਰਜ਼ੋਈਆਂ ਜੋਦੜੀਆਂ ਕਰਦੇ ਆ। ਸਾਹਿਬ ਰੱਬੀ ਕਲਾਮ ਨਾਲ ਸਮਝਾਉਂਦੇ ਆ, ਭਲਿਓ ਸਾਡਾ ਸਰੀਰ ਵੀ ਤੇ ਵਿਣਸਣ ਵਾਲਾ ਹੈ। ਇੱਥੇ ਇਹਨੇ ਸੰਸਾਰ ਦੇ ਅੰਦਰ ਰਹਿਣ ਵਾਲੇ ਜਿਨ੍ਹਾਂ ਦਾ ਏਡਾ ਵੱਡਾ ਕੁਟੰਬ, ਉਹ ਚਲੇ ਗਏ ਤੇ ਅਸੀਂ ਕਾਦੇ ਹਾਂ? ਅਸੀਂ ਵੀ ਇਸ ਸੰਸਾਰ ਦੀ ਧਰਤੀ ਤੋਂ ਸਰੀਰ ਕਰਕੇ ਚਲੇ ਜਾਣਾ। ਆਤਮਾ ਕਰਕੇ ਅੱਜ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿੰਦਾ ਨੇ, ਆਤਮਾ ਕਰਕੇ ਅੱਜ ਵੀ ਜਿੰਦਾ ਕਰਨ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਕੀਰੀ ਸਮੇਂ ਕਿ ਆਤਮਾ ਗ੍ਰੰਥ 'ਚ ਤੇ ਸਰੀਰ ਪੰਥ 'ਚ। ਇਹ ਸਦਕਾ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ, ਰਾਮ ਗਇਓ ਰਾਵਨ ਗਇਓ ਜਾਂ ਕੋ ਬਹੁ ਪਰਿਵਾਰ, ਕਹੂ ਨਾਨਕ ਤਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਫਿਰ ਸਾਹਿਬ ਕਹਿੰਦੇ ਚਿੰਤਾ ਤਾਂ ਕੀ ਕੀਜੀ ਹੈ, ਅਸੀਂ ਚਲੇ ਜਾਣਾ ਹੈ, ਪਰ ਸਾਡੇ ਜਾਣ ਤੋਂ ਬਾਅਦ ਤੁਸੀਂ ਚਿੰਤਾ ਨਾ ਕਰਨਾ। ਚਿੰਤਾ ਝੋਰੇ ਦੇ ਵਿੱਚ ਨਾ ਆਉਣਾ। ਚਿੰਤਾ ਤਾਂ ਕੀ ਕੀਜੀਆ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਇਹ ਰਸਤਾ ਹੈ, ਇਹ ਮਾਰਗ ਹੈ। ਮੈਂ ਬੇਨਤੀ ਕਰਦਾ ਹੁੰਨਾ ਕਿ ਵੇਖੋ ਸਾਹਿਬ ਸੱਚੇ ਪਾਤਸ਼ਾਹ ਨੇ ਇੰਨੀ ਕਿਰਪਾ ਕੀਤੀ, ਸਾਨੂੰ ਸਮਝਾਉਣ ਦੇ ਲਈ ਅਲੱਗ-ਅਲੱਗ ਅਲੰਕਾਰ ਵਰਤੇ, ਸਮਝਾਉਣ ਦਾ ਯਤਨ ਕੀਤਾ ਵੀ ਕਿਸੇ ਸੌਖੇ ਢੰਗ ਨਾਲ ਬੰਦਾ ਸਮਝ ਲੇ। ਵੇਖੋ ਜਦੋਂ ਵੀ ਰੋਡ ਤੇ ਜਾਂਦੇ ਹੋ, ਰੋਡ ਦੇ ਉੱਪਰ ਕਦੀ ਕਿਸੇ ਨੇ ਆਪਣਾ ਘਰ ਨਹੀਂ ਬਣਾਇਆ। ਕਿਉਂ?
ਕਿਉਂਕਿ ਉੱਥੋਂ ਲੋਕ ਜਿਹੜੇ ਕਣ ਮੁਸਾਫਰ ਲੰਘਦੇ ਨੇ, ਮੁਸਾਫਰ ਲੰਘਦੇ ਹਨ, ਇੱਕ ਮੰਜ਼ਿਲ ਤੋਂ ਦੂਜੀ ਮੰਜ਼ਿਲ ਤੱਕ ਸਫ਼ਰ ਤੈਅ ਕਰਦੇ ਹਨ, ਪਰ ਉੱਥੇ ਰੋਡ ਦੇ ਉੱਪਰ ਕਿਸੇ ਦਾ ਘਰ ਨਹੀਂ ਹੈ। ਤੇ ਸਾਹਿਬ ਕਹਿੰਦੇ ਤੂੰ ਤੇ ਆਪਣਾ ਘਰ ਬਣਾਈ ਫਿਰਦਾ, ਤੈਨੂੰ ਇਹ ਹੈ ਕਿ ਇੱਥੇ ਮੈਂ ਥਿਰ ਰਹਿਣਾ, ਪਰ ਸਾਹਿਬ ਕਹਿੰਦੇ ਨਹੀਂ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਇਹ ਮਾਰਗ ਹੈ, ਇਹ ਮੁਸਾਫਰ ਖਾਨਾ ਹੈ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਸਾਹਿਬ ਕਹਿੰਦੇ ਜੋ ਉਪਜੋ ਸੋ ਬਿਨਸ ਗਏ, ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ ਜੋ ਉਪਜਿਆ। ਕਹਿ ਲੋ ਜਿੰਨੀ ਬਨਸਪਤੀ ਹੈ, ਜਿੰਨੀ ਮਨੁੱਖ ਪ੍ਰਜਾਤੀ ਹੈ, ਜੋ ਵੀ ਕੁਝ ਅਸੀਂ ਵੇਖਦੇ ਹਾਂ, ਜੋ ਉਪਜਿਓ ਸੋ ਬਿਨਸ ਗਏ, ਜੋ ਉਪਜਿਆ ਉਹਨੇ ਇੱਕ ਦਿਨ ਬਿਨਸ ਨਾ ਚਲੇ ਜਾਣਾ ਹੈ, ਇੱਥੇ ਥਿਰ ਕੋਈ ਨਹੀਂ ਗਏ। ਹਰੇਕ ਬੰਦਾ ਆਪਣਾ ਥਾਂ ਲੈਂਦਾ, ਆਪਣੀ ਜਗ੍ਹਾ ਲੈਂਦਾ। ਵੇਖੋ ਨਾ, ਦਰਖਤ ਦੇ ਉੱਪਰ ਇੱਕ ਪੱਤਾ ਲੱਗਾ ਜਿਹੜਾ ਪੀਲਾ ਹੈ, ਡਾਕਟਰ ਭਾਈ ਵੀਰ ਸਿੰਘ ਕਹਿੰਦੇ ਜਦੋਂ ਉਹ ਟੁੱਟਦਾ, ਉਹਦੇ ਟੁੱਟਣ ਤੋਂ ਬਾਅਦ ਇੱਕ ਨਵਾਂ ਪੱਤਾ ਪੁੰਗਰਦਾ। ਜਿਹੜਾ ਹੁਣ ਪੱਤਾ ਨਵਾਂ ਪੁੰਗ ਰਿਹਾ ਤੇ ਜਿਹੜਾ ਟੁੱਟ ਕੇ ਡਿੱਗਿਆ, ਉਹਨੂੰ ਉਹ ਸਵਾਲ ਜਵਾਬ ਕਰਾਉਂਦੇ ਕਵੀ ਜੀ ਆਪਸ ਚ। ਕਹਿੰਦੇ ਜਿਹੜਾ ਟੁੱਟ ਕੇ ਡਿੱਗਿਆ ਉਹ ਕਹਿੰਦਾ ਭਰਾਵਾ ਤੂੰ ਅੱਜ ਮੈਨੂੰ ਤੋੜ ਕੇ ਆਪਣੀ ਜਗ੍ਹਾ ਬਣਾ ਲਈ, ਤੇ ਫਿਰ ਜਿਹੜਾ ਪੁੰਗ ਰਿਹਾ ਉਹ ਕਹਿੰਦਾ ਹੈ ਕੱਲ ਤੱਕ ਤੂੰ ਵੀ ਕਿਸੇ ਨੂੰ ਤੋੜ ਕੇ ਜਗ੍ਹਾ ਬਣਾਈ ਸੀ। ਇਹ ਸਦਕਾ ਇਹ ਸੰਸਾਰ ਚਲਾਇਮਾਨ ਹੈ, ਇੱਥੇ ਕੋਈ ਵੀ ਥਿਰ ਨਹੀਂ। ਜੋ ਉਪਜਿਓ ਸੋ ਬਿਨਸ ਗਏ, ਜਿਹੜਾ ਪੈਦਾ ਹੋਇਆ ਉਹ ਮਤਾ ਜਾਣੇ ਕਿ ਮੈਂ ਮਰਨਾ ਨਹੀਂ, ਕਿਉਂਕਿ ਮਰਨ ਲਖਾਏ ਮੰਡਲ ਮੈਂ ਆਏ। ਆਪਾਂ ਧੁਰ ਦਰਗਾਹ ਤੋਂ ਕਰਤਾਰ ਦੇ ਘਰ ਤੋਂ ਮੌਤ ਲਿਖਾ ਕੇ ਆਏ ਹਾਂ। ਅਸੀਂ ਸਾਰਿਆਂ ਨੇ ਸੰਸਾਰ ਦੀ ਧਰਤੀ ਤੋਂ ਚਲੇ ਜਾਣਾ ਹੈ। ਸਾਹਿਬ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੇ ਕੱਲ, ਅੱਜ ਨਹੀਂ ਤੇ ਕੱਲ ਇਸ ਸੰਸਾਰ ਦੀ ਧਰਤੀ ਤੋਂ ਚਲੇ ਜਾਣਾ ਹੈ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਸਾਡੇ ਪੇਟੇ ਕੀ ਆਉਂਦਾ ਹੈ, ਸਾਡੇ ਹਿੱਸੇ ਕੀ ਆਉਂਦਾ ਹੈ ਕਿ ਅਸੀਂ ਪਰਮਾਤਮਾ ਦੇ ਗੁਣ ਗਾਈਏ, ਨਾ ਕਿ ਪਰਮਾਤਮਾ ਨੂੰ ਉਲਾਂਭੇ ਦਈਏ। ਵੇਖਿਆ ਨਾ, ਜਦੋਂ ਕਿਸੇ ਦੇ ਘਰ ਮੌਤ ਹੋ ਜਾਂਦੀ ਹੈ ਤੇ ਮੌਤ ਹੋਣ ਤੋਂ ਬਾਅਦ ਅਸੀਂ ਕੀ ਕਹਿੰਦੇ ਆ, ਰੱਬਾ ਤੂੰ ਚੰਗਾ ਨਹੀਂ ਕੀਤਾ, ਭਰ ਜਵਾਨੀ ਚ ਚੁੱਕ ਲਿਆ, ਹਜੇ ਤੇ ਇਹਦੇ ਬੱਚੇ ਨਿੱਕੇ ਨਿੱਕੇ ਸਨ। ਆਪਾਂ ਕਿੰਨੇ ਉਲਾਂਭੇ ਦਿੰਦੇ ਆ ਮਾਲਕ ਨੂੰ, ਕਿੰਨਾ ਕੁਝ ਕਹਿੰਦੇ ਆ ਰੱਬ ਨੂੰ, ਪਰ ਸਾਹਿਬ ਕਹਿੰਦੇ ਨਹੀਂ ਉਹ ਭਲਿਆ, ਤੇਰੇ ਪੇਟੇ ਆਉਂਦਾ, ਤੂੰ ਖਰੀ ਪਰਮਾਤਮਾ ਦੇ ਗੁਣ ਗਾਇਨ ਕਰ। ਛਾੜ ਸਗਲ ਜੰਜਾਲ, ਦੁਨੀਆ ਦੇ ਇਹਨਾਂ ਧੰਦਿਆਂ ਨੂੰ ਛੱਡ। ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੀ ਸਿੱਖ ਸੰਗਤ ਆਈ, ਉਹਨਾਂ ਨੂੰ ਕਰਤਾਰ ਦੀ ਬਾਣੀ ਦਾ ਤਰਵਾਸ ਦੇ ਕੇ ਸਮਝਾਉਂਦੇ ਹਨ। ਕਦੀ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਇਸ ਸੰਸਾਰ ਦੀ ਫਾਨੀ ਸੰਸਾਰ ਤੋਂ ਜਾਣ ਲੱਗਦੇ ਨੇ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਾਰੇ ਸਿੱਖ ਸੰਗਤਾਂ ਨੂੰ, ਸਿੱਖ ਸੁਣੋ ਪੁੱਤ ਭਾਈਓ, ਸਾਰਿਆਂ ਨੂੰ ਬੁਲਾਉਂਦੇ ਹਨ ਤੇ ਇਹ ਗੱਲ ਕਹਿੰਦੇ ਹਨ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਮੇਰੇ ਜਾਣ ਤੋਂ ਬਾਅਦ ਕੋਈ ਰੋਵਿਓ ਜੇ ਨਾ, ਮੇਰੇ ਜਾਣ ਤੋਂ ਬਾਅਦ ਤੁਸੀਂ ਤਾਹਾਂ ਨਹੀਂ ਮਾਰਨੀਆਂ। ਕਿਉਂ? ਕਿਉਂਕਿ ਜਿਹਨੂੰ ਕਰਤੇ ਦੇ ਘਰ ਤੋਂ ਸਿਰਪਾਓ ਮਿਲਣਾ ਹੋਵੇ, ਉਹਦੇ ਘਰ ਦੇ ਮੈਂਬਰ ਰੋਂਦੇ ਨਹੀਂ, ਸਗੋਂ ਖੁਸ਼ੀ ਮਨਾਉਂਦੇ ਨੇ। ਤਾਂ ਸਾਹਿਬ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਆਨੰਦ ਦੀ ਬਾਣੀ ਦਿੱਤੀ ਹੈ। ਜੇ ਸਿੱਖ ਦੇ ਘਰ ਆਨੰਦ ਕਾਰਜੇ ਤੇ ਤਾਂ ਆਨੰਦ ਸਾਹਿਬ, ਜੇ ਸਿੱਖ ਦੇ ਘਰ ਦੇ ਅੰਦਰ ਮੌਤ ਹੋ ਗਈ ਏ ਤੇ ਤਾਂ ਆਪਾਂ ਨੂੰ ਆਨੰਦ ਸਾਹਿਬ ਦੀ ਬਾਣੀ ਪੜ੍ਹਨੀ ਪੈਂਦੀ ਏ। ਸਾਹਿਬ ਨੇ ਸਾਨੂੰ ਜਨਮ ਤੋਂ ਲੈ ਕੇ ਮੌਤ ਤੱਕ ਆਨੰਦ ਨਾਲ ਜੋੜਿਆ। ਇਸ ਸਦਕਾ ਸਾਹਿਬ ਸੱਚੇ ਪਾਤਸ਼ਾਹ ਨੇ ਖੁਦ ਆਪਣੇ ਪਰਿਵਾਰ ਨੂੰ, ਜਦੋਂ ਆਪਾਂ ਰਾਮਕਲੀ ਸੱਦ ਪੜ੍ਹਦੇ ਹਾਂ, ਉਹ 'ਚ ਸਾਰੀ ਵਾਰਤਾ ਬਿਆਨ ਕਰ ਮੈਂ ਵਿਸਤਾਰ ਨਹੀਂ ਕਰਨਾ ਇਸ ਗੱਲ ਦਾ। ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਕਿਰਪਾ ਕਰਨ, ਇਤਿਹਾਸ ਦੀ ਲੜੀ ਨੂੰ ਆਪਾਂ ਅੱਗੇ ਤੋਰਨਾ ਗਏ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਲੋਕਾਂ ਨੂੰ ਤਰਵਾਸ ਦਿੰਦੇ ਹਨ। ਆਓ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਏ ਹੋਏ ਸਿੱਖਾਂ ਨੂੰ ਹੋਰ ਵੀ ਰੱਬੀ ਬਾਣੀ ਦੇ ਜੋ ਰੱਬੀ ਕਲਾਮ ਕਨ ਉਹਨਾਂ ਨੂੰ ਜੋੜਨ ਦਾ ਯਤਨ ਕਰਦੇ ਹਨ। ਜਿਸ ਤਰ੍ਹਾਂ ਇਤਿਹਾਸ ਕਵੀ ਸੰਤੋਖ ਸਿੰਘ ਹੁਰਾ ਨੇ ਆਪਣੀ ਕਲਮ ਨਾਲ ਸਿਰਜਿਆ ਹੈ, ਉਸ ਇਤਿਹਾਸ ਨੂੰ ਵਿਚਾਰ ਸਕੀਏ। ਆਪ ਸੰਗਤ ਬਖਸ਼ੋ ਅਸੀਸ। ਬਾ ਅਦਬ ਬਾ ਸਤਕਾਰ ਸਾਹਿਬਾਂ ਨੂੰ ਝੁਕਾਉਂਦੇ ਹੋਏ ਸੀਸ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਸਭ ਸੰਗ ਏਕ ਸਮ ਹੋਏ, ਤਿਸ ਤੇ ਚਿੰਤਾ ਕਰੈ ਨਾ ਕੋਏ। ਧੰਨ ਗੁਰੂ
ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਕਨ ਜਿਹੜੀ ਗੱਲ ਸਾਰਿਆਂ ਨਾਲ ਵਾਪਰਨੀ ਹੈ, ਕਿਉਂਕਿ ਮੌਤ ਸਾਰਿਆਂ ਨੂੰ ਆਉਣੀ ਹੈ। ਇਸ ਸੰਸਾਰ ਦੀ ਧਰਤੀ ਤੇ ਹਰੇਕ ਬੰਦੇ ਨੇ ਜਾਣਾ ਹੈ। ਕੋਈ ਵੀ ਉਮਰ ਪਟਾ ਲਿਖਾ ਕੇ ਨਹੀਂ ਆਇਆ ਵੀ ਸਦਾ ਕੀ ਜਿੰਦਾ ਰਹਾਂਗਾ। ਮੌਤ ਹਰੇਕ ਨੂੰ ਆਉਣੀ ਹੈ ਤੇ ਸਮਾਂ ਪਾ ਕੇ ਆਉਣੀ। ਜਿੰਨਾ ਜਿੰਨਾ ਸਮਾਂ ਅਸੀਂ ਲਿਖਾਇਆ ਉਹਨਾਂ ਸਮਾਂ ਇਸ ਸੰਸਾਰ ਦੀ ਧਰਤੀ ਤੇ ਭੋਗ ਕੇ ਜਾਣਾ ਹੈ। ਉਹਦੇ ਤੋਂ ਵੱਧ ਇੱਕ ਵੀ ਸੈਕਿੰਡ ਜਿੰਦਾ ਨਹੀਂ ਰਹਿ ਸਕਦੇ, ਇੱਕ ਵੀ ਸਵਾਸ ਅਸੀਂ ਵੱਧ ਲੈ ਨਹੀਂ ਸਕਦੇ ਤੇ ਇੱਕ ਵੀ ਸਵਾਸ ਜਿਹੜਾ ਘਟ ਨਹੀਂ ਸਕਦਾ, ਕਿਉਂਕਿ ਕਰਤਾਰ ਦੀ ਰਜਾ ਹੈ। ਇਸ ਸਦਕਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਹਨ ਇਹ ਸਰੀਰ ਦਾ ਨਾਸਵਾਨ ਜਿਹੜਾ ਹੋਣਾ ਹੈ ਇਹ ਸਾਰਿਆਂ ਦਾ ਹੀ ਹੋਣਾ ਹੈ। ਤੇ ਇਹਦੇ ਲਈ ਆਪਣੇ ਮਨ ਦੇ ਅੰਦਰ ਕੋਈ ਐਸੀ ਚਿੰਤਾ, ਕੋਈ ਐਸਾ ਸ਼ੰਕਾ ਨਾ ਕਰੋ, ਕਿਉਂਕਿ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜਿਹੜਾ ਵੀ ਆਇਆ ਕੈ ਰਾਣਾ ਰਾਉ ਨਾ ਕੋ ਰਖੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ। ਇਸ ਸੰਸਾਰ ਦੀ ਧਰਤੀ ਤੇ ਕੋਈ ਥਿਰ ਨਹੀਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਹਨ ਇਹ ਸਮ ਸਾਰਿਆਂ ਦੇ ਨਾਲ, ਸਾਰੇ ਲੋਕਾਂ ਦੇ ਨਾਲ ਹੋਣਾ ਹੈ। ਤੇ ਤੁਸੀਂ ਆਪਣੇ ਮਨ ਦੇ ਅੰਦਰ ਏਦਾਂ ਦੀ ਕੋਈ ਚਿੰਤਾ ਨਾ ਕਰੋ ਜੀ। ਜੋ ਉਪਜੈ ਸੋ ਬਿਨਸਨਹਾਰ, ਪਰਸੋ ਆਜ ਕੇ ਕਾਲ ਵਿਚਾਰ। ਕਹਿੰਦੇ ਜਿਹੜਾ ਉਪਜਿਆ ਹੈ ਉਹਨੇ ਬਿਨਸਨਾ ਹੈ, ਅੱਜ ਨਹੀਂ ਤੇ ਕੱਲ ਇਸ ਸੰਸਾਰ ਦੀ ਧਰਤੀ ਤੋਂ ਚਲੇ ਜਾਣਾ ਹੈ। ਜਾਂ ਤੇ ਹਰ ਗੁਣ ਗਾਏ ਵਿਸਾਲ, ਤਿਆਗੋ ਸਗਰੇ ਜਗ ਜੰਜਾਲ। ਕਹਿੰਦੇ ਕਣ ਜਾਂ ਤੇ ਹਰੀ ਦੇ ਵਿਸ਼ਾਲ ਗੁਣਾਂ ਨਾਲ ਜੁੜ ਜਾ, ਕਰਤਾਰ ਨਾਲ ਜੁੜ ਜਾ, ਸਾਹਿਬ ਨਾਲ ਜੁੜ ਜਾ, ਜਾਂ ਫਿਰ ਇਹ ਜਗਤ ਦੇ ਜਿੰਨੇ ਵੀ ਧੰਦੇ ਹਨ ਇਹਨਾਂ ਨੂੰ ਛੱਡ ਦੇ। ਕਿਉਂਕਿ ਇਹ ਗੱਲ ਤੇ ਹਰ ਰੋਜ਼ ਹੀ ਅਸੀਂ ਸੋਦਰ ਦੀ ਬਾਣੀ ਅੰਦਰ ਪੜ੍ਹਦੇ ਹਾਂ। ਵੇਖੋ ਇਹ ਗੱਲ ਵੱਖਰੀ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਨਾ ਜਪਜੀ ਸਾਹਿਬ ਨੂੰ ਵਿਚਾਰਿਆ, ਨਾ ਜਪਜੀ ਸਾਹਿਬ ਨੂੰ ਵਿਚਾਰਿਆ, ਨਾ ਸੋਦਰ ਦੀ ਬਾਣੀ ਨੂੰ ਵਿਚਾਰਿਆ, ਨਾ ਸੋਹਿਲਾ ਸਾਹਿਬ ਦੀ ਬਾਣੀ ਨੂੰ ਵਿਚਾਰਿਆ। ਹੁਣ ਨਿਤਨੇਮ ਦੀਆਂ ਬਾਣੀਆਂ ਨੂੰ ਅਸੀਂ ਆਪਣੇ ਜੀਵਨ ਦੇ ਅੰਦਰ ਵਿਚਾਰਿਆ ਨਹੀਂ ਤੇ ਫਿਰ ਅਸੀਂ ਕਿਵੇਂ ਸਿੱਖਾਂਗੇ, ਅੱਗੇ ਕਿਵੇਂ ਤੁਰਾਂਗੇ, ਅੱਗੇ ਕਿਵੇਂ ਜਿਹੜਾ ਸਫ਼ਰ ਹੈ ਉਹ ਤੈਅ ਕਰਾਂਗੇ। ਬੱਚਾ ਪਹਿਲੀ ਕਲਾਸ ਜਿਹੜੀ ਹੈ, ਪਹਿਲੀ ਕਲਾਸ ਦੇ ਅੰਦਰੋਂ ਹੀ ਪਾਸ ਨਾ ਹੋਵੇ ਤੇ ਉਹ ਦੂਜੀ ਚ ਪਹੁੰਚ ਨਹੀਂ ਸਕਦਾ, ਅੱਗੇ BA MA ਤੱਕ ਨਹੀਂ ਪਹੁੰਚ ਸਕਦਾ। PhD ਦਾ ਲੈਵਲ ਜੇ ਧਾਰਨ ਕਰਕੇ ਬੈਠਾ ਪਹੁੰਚੇਗਾ ਤੇ ਤਾਂ ਨਾ ਜੀ, ਜੇ ਫਸਟ ਕਲਾਸ ਪੂਰੀ ਕਰੇਗਾ। ਅਸੀਂ ਤੇ ਸਿਰਫ ਪੜਨ ਵਾਲੇ ਆ, ਮਾਫ ਕਰਨਾ। ਜਪਜੀ ਪੜਿਆ ਹੈ, ਅਸੀਂ ਸੋਹਿਲਾ ਪੜਿਆ ਹੈ, ਸੋਦਰ ਪੜੀ ਹੈ, ਪਰ ਵਿਚਾਰੀ ਨਹੀਂ। ਜੇ ਵਿਚਾਰੀ ਹੁੰਦੀ ਤੇ ਸਾਨੂੰ ਚੇਤਾ ਹੁੰਦਾ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇਰੀ ਇਹ ਵਾਰੀ ਹੈ ਗੋਬਿੰਦ ਨੂੰ ਮਿਲਣ ਦੀ, ਸਾਹਿਬ ਨੂੰ ਮਿਲਣ ਦੀ। ਤੇ ਭਲਿਆ ਤੂੰ ਕਦੀ ਇਹਨੂੰ ਸੋਦਰ ਦੀ ਬਾਣੀ ਨੂੰ ਆਪਣੇ ਜ਼ਿਹਨ ਚ ਵਿਚਾਰਿਆ ਹੀ ਨਹੀਂ। ਜੇ ਵਿਚਾਰਿਆ ਹੁੰਦਾ, ਹਰ ਰੋਜ਼ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਣ ਦਾ ਯਤਨ ਕਰਦੇ ਨੇ ਵੀ ਸਮਝ ਭਲਿਆ, ਸਰੀਰ ਤੇਰਾ ਮਿਲਿਆ ਹੀ ਤੈਨੂੰ ਤਾਂ ਹੈ ਕਿ ਤੂੰ ਗੋਬਿੰਦ ਨੂੰ ਮਿਲ ਜਾਵੇਂ, ਕਰਤਾਰ ਨੂੰ ਮਿਲ ਜਾਵੇਂ, ਸਾਹਿਬ ਨੂੰ ਮਿਲ ਜਾਵੇਂ। ਇਸ ਲਈ ਸਰੀਰ ਮਿਲਿਆ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਢ ਤੇਰਾ ਕਿਤੇ ਨਾ ਕਾਮ। ਜਿਹੜੀ ਗੱਲ ਕੀਤੀ ਕਵੀ ਜੀ ਨੇ, ਕਹਿੰਦੇ ਉਹ ਵੀ ਇਸ ਸੰਸਾਰ ਦੀ ਧਰਤੀ ਤੇ ਤਿਆਗੋ ਸਗਰੇ ਜਗ ਜੰਜਾਲ। ਇਸ ਸੰਸਾਰ ਦੀ ਧਰਤੀ ਤੇ ਜਿੰਨੇ ਜੰਜਾਲਾਂ ਵਿੱਚ ਤੂੰ ਫਸਿਆ ਇਹਨਾਂ ਸਾਰਿਆਂ ਨੂੰ ਤਿਆਗ। ਤੇ ਇਹ ਗੱਲ ਅਸੀਂ ਹਰ ਰੋਜ਼ ਸੋਦਰ ਬਾਣੀ ਦੇ ਅੰਦਰ ਪੜ੍ਹਦੇ ਹਾਂ। ਆਹ ਇਤਿਹਾਸ ਹੋ ਸਕਦਾ ਤੁਸੀਂ ਸਾਲ ਬਾਅਦ ਪੜ੍ਹੋ। ਇਹ ਜਿਹੜਾ ਇਤਿਹਾਸ ਦੀਆਂ ਅੱਜ ਪੰਕਤੀਆਂ ਤੁਸੀਂ ਪੜ੍ਹ ਰਹੇ ਹੋ ਨਾ, ਇਹ ਹੋ ਸਕਦਾ 6 ਮਹੀਨੇ ਸਾਲ ਬਾਅਦ ਇੱਥੇ ਕਥਾ ਆਵੇ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਰੋਜ਼ ਸਮਝਾਉਂਦੇ ਨੇ ਨਾ ਜੀ। ਗੁਰੂ ਅਰਜਨ ਦੇਵ ਮਹਾਰਾਜ ਬਾਣੀ ਵਿੱਚ ਤੇ ਸਾਨੂੰ ਰੋਜ਼ ਸਮਝਾਉਂਦੇ ਨੇ ਨਾ। ਜਦੋਂ ਭਾਈ ਸਾਹਿਬ ਜਾਂ ਤੁਸੀਂ ਸਿੱਖ ਜਦੋਂ ਵੀ ਰੱਬੀ ਬਾਣੀ ਸੋਦਰ ਬਾਣੀ ਦਾ ਪਾਠ ਕਰਦੇ ਹੋ ਤੇ ਹਰ ਰੋਜ਼ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਤ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ। ਸਾਹਿਬ ਕਹਿੰਦੇ ਵਿਅਰਥ ਗਵਾ ਰਿਹਾ ਵਾ ਜੀਵਨ ਤੂੰ ਆਪਣਾ, ਇਹ ਵਿਅਰਥ ਗਵਾ ਰਿਹਾ। ਤੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪੁੱਛਿਆ,
ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਪਿਆਰੇ ਸੋ ਨੇ ਤਿਸ ਆਗੇ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨਾ। ਕਰਤਾਰ ਤੋਂ ਬਿਨਾ ਜੀਣਾ ਤੇ ਧ੍ਰਿਗ ਹੈ ਲਾਹਨਤ ਜੋਗ, ਫਿਟਕਾਰ ਜੋਗ ਜੀਵਨ ਹੈ ਤੇਰਾ। ਜੇ ਤੂੰ ਆਪਣੇ ਮਾਲਕ ਤੋਂ ਲਾਂਭੇ ਲੈ ਕੇ ਜੀਵਨ ਬਸਰ ਕਰ ਰਿਹਾ, ਬਤੀਤ ਕਰ ਰਿਹਾ। ਇਹੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ, ਕਹਿੰਦੇ ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ, ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ। ਫਿਰ ਗੱਲ ਕੀਤੀ ਸਾਹਿਬ ਕਹਿੰਦੇ ਸਾਡਾ ਕੀ ਜੀਵਨ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਕਰ ਰਾਇਆ। ਨਾ ਸਾਡੇ ਚ ਜਪ ਹੈ, ਨਾ ਤਪ ਹੈ, ਨਾ ਸੇਵਾ ਹੈ, ਨਾ ਸਿਮਰਨ ਹੈ। ਤੇ ਫਿਰ ਅਸੀਂ ਕਹਿੰਦੇ ਆ 2 ਦਿਨ ਬਰਤਨ ਮਾਂਜ ਕੇ ਅਸੀਂ ਕਹਿੰਦੇ ਆ ਸਾਡੇ ਵਰਗਾ ਬ੍ਰਹਮ ਗਿਆਨੀ ਕੋਈ, 2 ਦਿਨ ਪਾਠ ਕਰਕੇ ਕਹਿੰਦੇ ਆ ਸਾਡੇ ਵਰਗਾ ਵਿਦਵਾਨ ਕੋਈ, 2 ਦਿਨ ਅਰਥਾਂ ਨੂੰ ਪੜ੍ਹ ਕੇ ਕਹਿੰਦੇ ਆ ਵੀ ਅਸੀਂ ਤੇ ਕਹਿ ਲੋ ਵੀ PhD ਕਰ ਲਈ। ਨਹੀਂ, ਇਹ ਬੜਾ ਵਿਸਤਾਰ ਹੈ। ਇੱਕ ਇੱਕ ਪੰਕਤੀ ਨੂੰ ਵਾਚਣ ਲੱਗ ਜੋ ਨਾ ਤੇ ਬੜਾ ਲੰਮਾ ਅਰਸਾ ਲੰਘ ਜਾਂਦਾ। ਵੱਡੇ ਵੱਡੇ ਗਿਆਨੀ ਇੱਕ ਇੱਕ ਪੰਕਤੀ ਤੇ ਮਹੀਨਾ ਲੰਘਾ ਦਿੰਦੇ ਨੇ। ਇਹ ਸਦਕਾ ਭਲਿਓ, ਇਹ ਸਮੁੰਦਰ ਹੈ, ਇਹ ਸਾਗਰ ਹੈ, ਇਹਦਾ ਅੱਜ ਤੱਕ ਕੋਈ ਵੀ ਪਰਲਾ ਤੇ ਉਰਲਾ ਬੰਨਾ ਮਾਪ ਨਹੀਂ ਸਕਿਆ। ਕਿੱਡੇ ਵਿਦਵਾਨ ਇੱਥੋਂ ਚਲੇ ਗਏ, ਕਿੱਡੇ ਹੋਰ ਪੈਦਾ ਹੋ ਗਏ ਤੇ ਕਿੱਡੇ ਹੋਰ ਪੈਦਾ ਹੋਣਗੇ, ਪਰ ਨਹੀਂ, ਇਹਦਾ ਪਰਲਾ ਤੇ ਉਰਲਾ ਬੰਨਾ ਅੱਜ ਤੱਕ ਨਾ ਕੋਈ ਮਾਪ ਸਕਿਆ, ਨਾ ਕੋਈ ਮਾਪ ਸਕੇਗਾ। ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਓਏ ਤੂੰ ਆਪਣਾ ਜੀਵਨ ਸਵਾਰ, ਕਰਤਾਰ ਨਾਲ ਜੁੜ, ਤੂੰ ਜਪ ਕਰ, ਤਪ ਕਰ, ਸੇਵਾ ਕਰ, ਸਿਮਰਨ ਕਰ, ਮਾਲਕ ਨਾਲ ਜੁੜ ਕੇ ਕਰ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਕਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ। ਇਹ ਬੇਨਤੀ ਅਸੀਂ ਸਾਰੇ ਰਲ ਕੇ ਕਰਤਾਰ ਅੱਗੇ ਕਰੀਏ ਨਾ। ਕਹੋ ਨਾਨਕ ਹਮ ਨੀਚ ਕਰਮਾ, ਮਾਲਕਾ ਮੇਰੇ ਨੀਚ ਕਰਮ ਨੇ, ਮੇਰੇ ਕਰਮ ਵੇਖਾਂ, ਮੈਂ ਆਪਣੇ ਸ਼ੀਸ਼ੇ 'ਚ ਆਪਣੇ ਆਪ ਨੂੰ ਵੇਖਾਂ ਤੇ ਮੇਰੇ ਜਿੱਡੇ ਮਾੜੇ ਕਰਮ ਕਿਸੇ ਦੇ ਨਹੀਂ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਕਰਤਾਰ ਤੇਰੀ ਸ਼ਰਨ ਡਿੱਗੇ ਆ, ਪਰ ਕਿਰਪਾ ਕਰ ਸ਼ਰਨ ਪਿਆਂ ਦੀ ਲਾਜ ਰੱਖ ਲੈ, ਪੈਜ ਰੱਖ ਲੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਇਸ ਤਰੀਕੇ ਨਾਲ ਸਿੱਖ ਸੰਗਤਾਂ ਨੂੰ ਸਮਝਾਉਣਾ ਕਰਦੇ ਕਰਨਾ। ਹਮ ਦਿਸ਼ ਕੀ ਨਹਿ ਚਿੰਤਾ ਠਾਨੋ, ਤਨ ਕੋ ਅੰਤ ਸਮਾ ਅਬ ਜਾਨੋ। ਕਹਿੰਦੇ ਮੇਰੇ ਤਨ ਦੀ, ਮੇਰੇ ਸਰੀਰ ਦੀ ਕੋਈ ਚਿੰਤਾ ਨਾ ਕਰੋ, ਕਿਉਂਕਿ ਇਹ ਤਨ ਨੇ ਇਸ ਸੰਸਾਰ ਦੀ ਧਰਤੀ ਤੋਂ ਬਿਨਸ ਜਾਣਾ, ਇਹਨੇ ਜਾਣਾ ਹੈ। ਸਰੀਰ ਬਿਨਸ ਨਕਾਰ ਕੇ ਬਿਨਸੇਗਾ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਸਰੀਰ ਕਰਕੇ ਨਹੀਂ ਰਹੇ, ਗੁਰੂ ਅੰਗਦ ਦੇਵ ਮਹਾਰਾਜ ਜੀ ਸਰੀਰ ਕਰਕੇ ਨਹੀਂ ਰਹੇ, ਗੁਰੂ ਅਮਰਦਾਸ ਮਹਾਰਾਜ ਜੀ ਸਰੀਰ ਕਰਕੇ ਨਹੀਂ ਰਹੇ। ਇਹ ਸਦਕਾ 8 ਦੇ 8 ਜਾਮੇ ਜਿਹੜੇ ਕਣ ਸਰੀਰ ਕਰਕੇ ਨਹੀਂ ਨੇ। ਤੇ 9ਵਾਂ ਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਿੱਖ ਸੰਗਤਾਂ ਨੂੰ ਕਹਿ ਰਹੇ ਨੇ ਵੀ ਇਹ ਸਰੀਰ ਮੇਰਾ ਵੀ ਰਹਿਣਾ ਨਹੀਂ, ਪਰ ਮੇਰੇ ਤਨ ਦੀ, ਮੇਰੇ ਸਰੀਰ ਦੀ ਕੋਈ ਚਿੰਤਾ ਨਾ ਕਰੋ ਜੀ। ਹੁਤੈ ਨਿਕਟ ਤੁਮ ਤਿਮਹੀ ਬਣਤ, ਜਥਾ ਦੂਰ ਬੈਠੇ ਹਮ ਭਣਤ। ਕਹਿੰਦੇ ਜੇ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿੰਦੇ ਵੀ ਬੇਟਾ ਜੀ, ਜੇ ਅਸੀਂ ਆਪ ਜੀ ਦੇ ਕੋਲ ਹੁੰਦੇ, ਨਿਕਟ ਹੁੰਦੇ, ਤਾਂ ਵੀ ਸਾਡਾ ਇਹ ਸਰੀਰ ਚਲੇ ਜਾਣਾ ਸੀ, ਤਾਂ ਵੀ ਸਰੀਰ ਨੇ ਜਾਣਾ ਸੀ। ਪਰ ਜੇ ਹੁਣ ਅਸੀਂ ਦੂਰ ਖਾਂ ਦਿੱਲੀ 'ਚ ਜਰਵਾਣੇ ਕਹਿਰ ਢਾਰੇ ਨੇ, ਜਰਵਾਣਿਆਂ ਨੇ ਸਰੀਰ ਨੂੰ ਖਤਮ ਕਰਨ ਦੇ ਲਈ ਠਾਣ ਲਈ ਹੈ, ਤੇ ਫਿਰ ਵੀ ਇਸ ਸਰੀਰ ਨੇ ਚਲੇ ਜਾਣਾ ਹੈ। ਦੂਰ ਹੁੰਦੇ ਤਾਂ ਵੀ, ਨਿਕਟ ਹੁੰਦੇ ਤਾਂ ਵੀ। ਇਹ ਸਦਕਾ ਇਹ ਸਰੀਰ ਬਿਨਸਨਕਾਰ ਗਏ, ਇੱਕ ਦਿਨ ਇਹਨੇ ਖਤਮ ਹੋਣਾ ਹੈ। ਜਾਂ ਤੇ ਸ਼ੌਕ ਚਿੰਤ ਕੋ ਤਿਆਗੋ, ਸਤ ਨਾਮ ਕੇ ਸਿਮਰਨ ਲਾਗੋ। ਕਹਿੰਦੇ ਆਪਣੇ ਮਨ ਦੇ ਅੰਦਰ ਕੋਈ ਸੋਗ ਪੈਦਾ ਨਾ ਕਰਿਓ, ਕਿਉਂਕਿ ਜਿਹੜੇ ਭਗਤੀ ਕਰਨ ਵਾਲੇ ਨੇ ਨਾ, ਸਿਮਰਨ ਕਰਨ ਵਾਲੇ, ਉਹਨਾਂ ਦੀ ਪ੍ਰਥਾਏ ਸਾਹਿਬ ਨੇ ਕਿਹਾ ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਾ ਰਾਮ ਵਸੈ ਮਨ ਮਾਏ। ਨਾ ਤੇ ਉਹ ਮਰਦੇ ਹਨ ਤੇ ਨਾ ਹੀ ਠੱਗੇ ਜਾਂਦੇ ਨੇ। ਸਰੀਰਕ ਮੌਤ ਸੁਭਾਵਿਕ ਹੈ, ਪਰ ਜੇ ਕਹੀਏ ਅੱਜ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਜਿੰਦਾ ਨੇ, ਅੱਜ ਵੀ ਭਗਤ ਕਬੀਰ ਸਾਹਿਬ ਦੇ ਬਚਨ ਜਿੰਦਾ ਨੇ। ਉਹਨਾਂ ਦੀ ਬਾਣੀ ਜਦੋਂ ਪੜੋਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦੀਦਾਰ ਹੋ ਜਾਣ। ਇਸ ਸਦਕਾ ਜਦੋਂ ਉਹਨਾਂ ਦੇ ਮੁਖਾਰ ਬਿੰਦ ਤੋਂ ਬਾਣੀ ਪੜੋਗੇ
ਤੇ ਤੁਹਾਨੂੰ ਦਰਸ਼ਨ ਸੁਭਾਵਿਕ ਸਾਹਮਣੇ ਹੋ ਜਾਣਗੇ। ਇਸ ਲਈ ਅੱਜ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਤੇ ਨਹੀਂ ਗਏ, ਪਰ ਸਰੀਰ ਕਰਕੇ ਸੰਸਾਰ ਦੀ ਧਰਤੀ ਤੋਂ ਗਏ। ਇਹੀ ਗੱਲ ਸਭ ਸੱਚੇ ਪਾਤਸ਼ਾਹ ਸਮਝਾਉਂਦੇ ਨੇ। ਉਹ ਨਾ ਮਰਦੇ ਨੇ, ਨਾ ਉਹ ਠੱਗੇ ਜਾਂਦੇ ਹਨ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਕਹਿ ਰਹੇ ਨੇ, ਤੁਸੀਂ ਆਪਣੇ ਹਿਰਦੇ 'ਚ ਸ਼ੋਕ ਪੈਦਾ ਨਾ ਕਰਿਓ। ਸ਼ੋਕ ਭਾਵ ਕਿ ਜਿਵੇਂ ਕਿਸੇ ਦੇ ਘਰ ਡੈਥ ਹੋ ਜੇ ਤੇ ਆਪਾਂ ਪੱਲੜ ਥੱਲੇ ਵਿਛਾ ਕੇ ਲੋਕ ਆਉਂਦੇ ਨੇ ਬਾਹਰੋਂ ਕਵਾਨ ਵਾਸਤੇ, ਤੇ ਫਿਰ ਉਹ ਪਿੱਟ ਸਿਆਪਾ ਕਰਦੇ ਨੇ। ਸਾਹਿਬ ਕਹਿੰਦੇ ਇਦਾਂ ਕੁਝ ਨਹੀਂ ਕਰਨਾ, ਇਦਾਂ ਦਾ ਕੁਝ ਨਹੀਂ ਕਰਨਾ, ਕਿਉਂਕਿ ਇਹ ਬਾਤ ਬਾਬਾ ਕਬੀਰ ਸਾਹਿਬ ਨੇ ਬੜੇ ਸਾਲ ਪਹਿਲਾਂ ਸਮਝਾ ਦਿੱਤੀ। ਕਹਿੰਦੇ ਕਬੀਰ ਸੰਤ ਮੋਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਬਾਪੜੇ, ਜੋ ਖਾਟੈ ਹਾਟ ਬਕਾਏ। ਕਹਿੰਦੇ ਜਿਹੜੇ ਸੰਤ ਜਨ ਨੇ ਉਹ ਇਸ ਸੰਸਾਰ ਦੀ ਧਰਤੀ ਤੋਂ ਜਾਂਦੇ ਨੇ ਕੁਝ ਪ੍ਰਾਪਤ ਕਰਕੇ, ਉਹਨਾਂ ਨੂੰ ਰੋਣਾ ਨਹੀਂ ਚਾਹੀਦਾ। ਪਰ ਜਿਹੜੇ ਲੋਕ ਸੰਸਾਰ ਦੀਆਂ ਹੱਟੀਆਂ ਤੇ ਵਿਕ ਗਏ, ਕਹਿੰਦੇ ਉਹਨਾਂ ਨੂੰ ਰੋਵੋਗੇ ਤੇ ਚੰਗਾ ਹੈ। ਪਰ ਜਿਹੜੇ ਕਰਤਾਰ ਦੇ ਘਰ ਪਹੁੰਚ ਗਏ, ਸਾਹਿਬ ਦੇ ਘਰ ਪਹੁੰਚ ਗਏ, ਉਹਨਾਂ ਨੂੰ ਵੀ ਲੋਕ ਰੋਂਦੇ ਨੇ, ਤੇ ਫਿਰ ਬਹੁਤ ਮਾੜੀ ਗੱਲ ਹੈ। ਰੋਵੋ ਸਾਖਤ ਬੱਪੜੇ, ਜੋ ਖਾਟਾ ਹਾਟ ਬਕਾਏ। ਜਿਹੜੇ ਸੰਸਾਰ ਦੀਆਂ ਹੱਟੀਆਂ ਤੇ ਵਿਕਦੇ ਹਨ, ਉਹਨਾਂ ਨੂੰ ਰੋਣਾ ਚਾਹੀਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਸੋਗ ਨਹੀਂ, ਤੁਸੀਂ ਸਤਨਾਮ ਦੇ ਜਾਪ ਨਾਲ ਜੁੜਿਓ, ਮਾਲਕ ਦੇ ਸਿਮਰਨ ਨਾਲ ਜੁੜਿਓ। ਦੋਨੋਂ ਪ੍ਰਤ ਸ਼ਲੋਕ ਲਿਖਤੀ ਨਾ, ਕਰੋ ਨਾ ਦੁਖ ਸਿਖਿਆ ਅਸ ਦੀਨਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 2 ਸ਼ਲੋਕ ਲਿਖੇ ਹਨ। ਮਾਤ ਗੁਜਰੀ ਮਾਤ ਨਾਨਕੀ ਜੀ ਨੂੰ ਸਮਝਾਉਣ ਦੇ ਲਈ ਇਹ ਸ਼ਲੋਕ, ਇਹ ਸੰਦੇਸ਼ ਭੇਜੇ ਕਰਨਾ। ਉਹਨਾਂ ਆਪਣੇ ਸੁਤ ਕੋ ਪਤਿ ਆਵਨਾ, ਹਿਤ ਪਰਖਣ ਕੇ ਕਿਮ ਤਰ ਭਾਵਨਾ। ਨਾਲ ਕਿਹਾ ਕਿ ਆਪਣੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਤੁਸੀਂ ਦੋਵੇਂ ਮਾਤਾਵਾਂ ਨੂੰ, ਮਾਤ ਨਾਨਕੀ ਤੇ ਮਾਤਾ ਗੁਜਰੀ ਜੀ, ਇਹ ਗੱਲ ਕਹੀ ਵੀ ਤੁਸੀਂ ਸਮਝਾਣਾ ਹੈ, ਤੁਸੀਂ ਉਹਨੂੰ ਕਹਿਣਾ ਹੈ, ਤੁਸੀਂ ਉਹਨੂੰ ਸਭ ਕੁਝ ਇਹ ਦੱਸਣਾ ਹੈ ਕਿ ਸੰਸਾਰ ਦੀ ਧਰਤੀ ਤੇ ਸਰੀਰ ਨਾਸ਼ਵੰਤ ਹੈ। ਇਸ ਸਰੀਰ ਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ। ਇਸ ਲਈ ਤੁਸੀਂ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਨਾ। ਲਖੈ ਸ਼ਕਤ ਮੈਂ ਹਮਕੋ ਕੈਸੇ, ਲਖਿਓ ਜਾਏ ਅਸ ਆਸ਼ੈ ਜੈਸੇ। ਕਹਿੰਦੇ ਅਸੀਂ ਵੇਖਣਾ ਚਾਹੁੰਦੇ ਹਾਂ, ਕਿਉਂਕਿ ਵੇਖੋ ਨਾ, ਵੇਖ ਤੇ ਪਹਿਲਾਂ ਹੀ ਲਿਆ ਹੈ। ਕਵੀ ਜੀ ਕਹਿੰਦੇ ਵੀ ਅਸੀਂ ਵੇਖਣਾ ਚਾਹੁੰਦੇ, ਪਰ ਜੇ ਵੇਖੀਏ ਤੇ ਵੇਖ ਪਹਿਲਾਂ ਹੀ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਪਰਖ ਪਹਿਲਾਂ ਹੀ ਲਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਜਦੋਂ ਪੁੱਛਦੇ ਨਾ ਇਹ ਲੋਕ ਕੌਣ ਨੇ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਕਸ਼ਮੀਰ ਦੇ ਪੰਡਤ ਕਾ। ਤੇ ਫਿਰ ਪਿਤਾ ਜੀ ਕਾਹਦੇ ਲਈ ਆਏ ਨੇ? ਕਹਿੰਦੇ ਵੀ ਇਹਨਾਂ ਦਾ ਧਰਮ, ਇਹਨਾਂ ਦਾ ਤਿਲਕ ਤੇ ਜੰਜੂ ਖਤਰੇ 'ਚ ਹੈ। ਤੇ ਫਿਰ ਕਹਿੰਦੇ ਜੇ ਕੋਈ ਵੱਡਾ ਮਹਾਂਪੁਰਸ਼ ਇਹਨਾਂ ਲਈ ਬਲੀਦਾਨ ਦੇ ਦੇ, ਇਹਨਾਂ ਦਾ ਜੰਜੂ ਤੇ ਤਿਲਕ ਬਚ ਸਕਦਾ ਹੈ, ਇਹਨਾਂ ਦਾ ਧਰਮ ਬਚ ਸਕਦਾ ਹੈ। ਤੇ ਆਪ ਹੱਥ ਜੋੜ ਕੇ 9 ਸਾਲ ਦੀ ਆਯੂ, 9 ਸਾਲ ਦੀ ਉਮਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਤੇ ਕਹਿੰਦੇ ਕਣ ਪਿਤਾ ਜੀ ਆਪ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਹੈ? ਆਪ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਹੈ? ਜੇ ਪਰਖਣ ਦੀ ਗੱਲ ਕਰੀਏ ਤੇ ਦਿੱਲੀ ਤੋਂ ਸੰਦੇਸ਼ ਭੇਜਣ ਲੱਗਿਆ ਪਰਖ ਨਹੀਂ ਹੋ ਰਹੀ, ਪਰਖ ਤੇ ਪਹਿਲਾਂ ਹੀ ਹੋ ਗਈ। ਤੇ ਪਹਿਲੀ ਪਰਖ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਰੇ ਉਤਰੇ। ਉਹਨਾਂ ਕਿਹਾ ਪਿਤਾ ਜੀ ਆਪ ਜਾਵੋ, 9 ਸਾਲ ਦਾ ਬੱਚਾ, ਆਪਾਂ ਵੀ ਬੱਚਿਆਂ ਵਾਲੇ ਆ, ਸਾਡੇ ਵੀ ਪਰਿਵਾਰ ਨੇ। ਤੇ ਜਦੋਂ ਛੋਟਾ ਜਿਹਾ ਬੱਚਾ 4-5 ਸਾਲ ਦਾ ਬੱਚਾ, ਉਹਨੂੰ ਹਜੇ ਇੰਨੀ ਸਮਝ ਨਹੀਂ ਹੁੰਦੀ, ਪਰ ਇਹ ਤੇ ਸਮਝ ਹੁੰਦੀ ਹੈ ਨਾ, ਇਹ ਮੇਰਾ ਪਿਤਾ ਹੈ। ਜਦੋਂ ਅਸੀਂ ਘਰ ਆਪਣੇ ਬੱਚੇ ਨੂੰ ਛੱਡ ਕੇ ਤੁਰਨ ਲੱਗਦੇ ਆ ਨਾ, ਤੇ ਉਹ ਲੱਤਾਂ ਨੂੰ ਚਿੰਬੜ ਜਾਂਦਾ। 4 ਸਾਲ ਦਾ 3 ਸਾਲ ਦਾ ਬੱਚਾ ਲੱਤਾਂ ਨੂੰ ਚਿੰਬੜ ਜਾਂਦਾ। ਨਹੀਂ ਪਿਤਾ ਜੀ ਤੁਸੀਂ ਜਾਣਾ ਨਹੀਂ, ਮੇਰੇ ਕੋਲ ਰਹੋ। ਏਦਾਂ ਹੁੰਦਾ ਨਾ, ਕਿਤੇ ਬਾਹਰ ਜਾਈਏ ਤੇ ਬੱਚੇ ਚਿੰਬੜ ਜਾਂਦੇ। ਨਹੀਂ ਪਿਤਾ ਜੀ ਤੁਸੀਂ ਦੂਰ ਨਾ ਜਾਇਓ, ਤੁਸੀਂ ਜਾਣਾ ਨਹੀਂ, ਮੇਰੇ ਕੋਲ ਰਹੋ। ਬੱਚੇ ਇੰਨੀ ਮੁਹੱਬਤ ਕਰਦੇ ਨੇ, ਇੰਨਾ ਪਿਆਰ ਕਰਦੇ ਨੇ, ਤੇ ਪਿਓ ਦਾ ਦਿਲ ਪਿਘਲ ਜਾਂਦਾ ਉਸ ਬੱਚੇ ਨੂੰ ਵੇਖ ਕੇ। ਜਿੱਥੇ ਉਹ ਰੋਂਦਾ ਹੈ ਉੱਥੇ ਪਿਓ ਦੀਆਂ ਅੱਖਾਂ 'ਚੋਂ ਵੀ ਪਾਣੀ ਆ ਜਾਂਦਾ ਹੈ। ਪਰ ਇੱਥੇ 9 ਸਾਲ ਦਾ ਬੱਚਾ ਹੀ ਹੈ। ਜੇ ਵੇਖਿਆ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਯੂ 9 ਸਾਲ ਦੀ ਹੈ, ਤੇ 9 ਸਾਲ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਿਤਾ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿਸੇ ਦਾ ਧਰਮ ਬਚਾਉਣ ਦੇ ਲਈ, ਕਿਸੇ ਦੇ ਤਿਲਕ ਔਰ ਜੰਜੂ ਦੀ ਰਾਖੀ ਕਰਨ ਦੇ ਲਈ ਆਪ ਖੱਤੀ ਦਿੱਲੀ ਵੱਲ ਤੋਰਦੇ। ਪਤਾ ਹੈ ਕਿ ਇਹਨਾਂ ਨੇ ਵਾਪਸ ਨਹੀਂ ਆਉਣਾ, ਇਹਨਾਂ ਨੇ ਵਾਪਸ ਨਹੀਂ ਪਰਤਣਾ, ਪਰ ਫਿਰ ਵੀ ਤੋਰਦੇ ਹਨ। ਇੱਥੇ ਕਵੀ ਜੀ ਕਹਿੰਦੇ ਵੀ ਉਹਨਾਂ ਨੂੰ ਸਮਝਾਉਣ ਦੀ ਖਾਤਰ
ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਮਝਾਉਣ ਦੀ ਖਾਤਰ ਇਹ ਸ਼ਲੋਕ ਲਿਖੇ ਕਰਦਾ। ਲਖੈ ਸ਼ਗਤ ਮੈਂ ਹਮਕੋ ਕੈਸੇ, ਲਖਿਓ ਜਾਏ ਅਸ ਆਸ਼ੈ ਜੈਸੇ, ਤਿਸ ਵਿਦ ਦੋਹਾ ਲਿਖਿਓ ਬਣਾਏ, ਸ੍ਰੀ ਗੁਰੂ ਤੇਗ ਬਹਾਦਰ ਹੁਣ ਰਾਏ। ਜਿਹੜੇ ਸ਼ਲੋਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ, ਉਹਨਾਂ ਸ਼ਲੋਕਾਂ ਦੇ ਵਿੱਚੋਂ ਅੱਗੇ ਫਿਰ ਇੱਕ ਦੋਹਰਾ ਸ਼ੁਰੂ ਹੁੰਦਾ ਹੈ। ਦੋਹਰਾ ਸ਼ੁਰੂ ਹੁੰਦਾ ਹੈ ਕਿਉਂਕਿ ਵੇਖੋ ਪਿਛਲੀ ਲੈ ਜਿਹੜੀ ਹੈ ਨਾ, ਇਹ ਵੀ ਲੈ ਹੈ, ਦੋਹਰੇ ਦੀ ਅਲੱਗ ਹੈ, ਸਵਈਆਂ ਦੀ ਅਲੱਗ ਹੈ, ਸ਼ੰਤ ਦੀ ਅਲੱਗ ਹੈ। ਹੁਣ ਇੱਥੋਂ ਦੋਹਰਾ ਸ਼ੁਰੂ ਹੋ ਜਾਂਦਾ ਹੈ, ਤੇ ਜਿਹੜਾ ਦੋਹਰਾ ਸ਼ੁਰੂ ਹੁੰਦਾ ਹੈ ਉਹ ਕਵੀ ਜੀ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਲਈ ਲਿਖਿਆ। ਇਹਦੇ ਪ੍ਰਤੀ ਜੋ ਸ਼ੰਕਾ ਆਪਾਂ ਫਿਰ ਸਾਂਝਾ ਕਰਾਂਗੇ। ਉਹ ਦੋਹਰਾ, ਉਹ ਸ਼ਲੋਕ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਲਿਖੇ, ਆਓ ਰੱਬੀ ਬਾਣੀ ਦੇ ਇਹ ਸ਼ਲੋਕ ਸਰਵਣ ਕਰੀਏ ਜੀ। ਬਲ ਛੁਟ ਕਿਉ ਬੰਧਨ ਪਰੇ, ਕਛੂ ਨਾ ਹੋਤੇ ਉਪਾਏ, ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਇਹ ਦੋਹਰੇ ਦੇ ਅੰਦਰ, ਇਹਨਾਂ ਦੋਹਰਿਆਂ ਦੇ ਇੱਕ ਇਹ ਦੋਹਰਾ ਤੇ ਇਸ ਤੋਂ ਅਗਲਾ ਜਿਹੜਾ ਸ਼ਲੋਕ ਹੈ 53ਵਾਂ ਤੇ 54ਵਾਂ ਜਿਹੜਾ ਸ਼ਲੋਕ ਹੈ, ਇਹ ਦੋ ਸ਼ਲੋਕ ਨੇ। ਇਹਨਾਂ ਦੋਵਾਂ ਸ਼ਲੋਕਾਂ ਦੇ ਪ੍ਰਤੀ ਸਿੱਖ ਪੰਥ ਦੇ ਅੰਦਰ ਬਹੁਤ ਵੱਡਾ ਇੱਕ ਸ਼ੰਕਾ। ਉਹ ਕੀ? ਉਹ ਇਹ ਵੀ ਇਹ ਲਿਖਿਆ ਜਾਂਦਾ ਹੈ ਵੀ ਜਿਹੜਾ ਪਹਿਲਾ ਦੋਹਰਾ ਗੁਰੂ ਤੇਗ ਬਹਾਦਰ ਮਹਾਰਾਜ, ਬਲ ਛੁਟ ਕਿਉ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਵੀ ਹੁਣ ਬਲ ਛੁਟ ਕਿਉ, ਬਲ ਛੁੱਟ ਗਿਆ, ਬੰਧਨ ਪਰੇ, ਮੌਤ ਦਾ ਜਿਹੜਾ ਬੰਧਨ ਹੈ ਇਹ ਪੈ ਗਿਆ। ਕਛੂ ਨਾ ਹੋਤ ਉਪਾਏ, ਹੁਣ ਕੋਈ ਉਪਾਏ ਨਹੀਂ, ਹੁਣ ਕੋਈ ਉਪਾਏ ਨਹੀਂ। ਕਹੋ ਨਾਨਕ ਅਬ ਓਟ ਹਰ, ਹੁਣ ਤੇ ਇੱਕ ਪਰਮਾਤਮਾ, ਇੱਕ ਅਕਾਲ ਪੁਰਖ ਕਰਤੇ ਦਾ ਹੀ ਆਸਰਾ ਹੈ। ਕਹੋ ਨਾਨਕ ਅਬ ਓਟ ਹਰ, ਗਜ ਜਿਉ ਸਹਾਇ, ਪ੍ਰਾਨਕ ਗਾਥਾ ਹੈ। ਪ੍ਰਾਨਕ ਗਾਥਾ ਹੈ ਕਿ ਜਿਹੜਾ ਗੱਜ ਹੈ ਉਹਦਾ ਤੰਦੂਏ ਦਾ ਜਿਹੜਾ ਰੋਗ ਹੈ ਉਹ ਕਿਵੇਂ ਛੁੱਟਿਆ, ਉਹਦੇ ਲਈ ਇੱਕ ਪ੍ਰਾਨਕ ਗਾਥਾ ਰਿਸ਼ੀਆਂ ਦੀ। ਇਸ ਲਈ ਆਪਾਂ ਉਧਰ ਨੂੰ ਨਹੀਂ ਜਾਣਾ। ਸਾਹਿਬ ਕਹਿੰਦੇ ਜਿਵੇਂ ਉਸ ਗੱਜ ਦੀ ਸਹਾਇਤਾ ਅਕਾਲ ਪੁਰਖ ਕਰਤੇ ਨੇ ਕੀਤੀ, ਹੁਣ ਤੇ ਉਹ ਮਾਲਕ ਹੀ ਹੈ, ਹੁਣ ਤੇ ਉਹ ਕਰਤਾਰ ਹੀ ਹੈ ਜਿਹੜਾ ਬਚਾ ਸਕਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਪਾਵਨ ਸ਼ਲੋਕ ਜਿਹੜੇ ਕੁਝ ਇਤਿਹਾਸਕਾਰ ਇਹ ਬਾਤ ਕਹਿੰਦੇ। ਅਗਲਾ ਸ਼ਲੋਕ, ਬਲ ਛੁਟ ਕਿਉ ਬੰਧਨ ਪਰੇ, ਸਭ ਕਿਛ ਹੋਤ ਉਪਾਏ, ਕਹੂ ਨਾਨਕ ਅਬ ਓਟ ਖਰ। ਸਭ ਕਿਛ, ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਬਲ ਛੁਟ ਕਿਉ ਬੰਧਨ ਪਰੇ, ਸਭ ਕਿਛ ਹੋਤ ਉਪਾਏ। ਤੇ ਅਗਲਾ ਜਿਹੜਾ ਸ਼ਲੋਕ ਹੈ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਿਆ। ਉਹ ਕਹਿੰਦੇ ਆ ਜਿਹੜਾ ਅਗਲਾ ਸ਼ਲੋਕ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਿਆ। ਪਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਿਆ ਹੁੰਦਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 10ਵੇਂ ਮਹਿਲੇ ਦਾ ਜ਼ਿਕਰ ਜ਼ਰੂਰ ਆਉਣਾ ਸੀ, ਜ਼ਿਕਰ ਆਉਣਾ ਸੀ। ਇਸ ਲਈ ਇਹ ਵੀ ਸ਼ਲੋਕ ਜਿਹੜਾ ਅਗਲਾ ਸ਼ਲੋਕ ਹੈ ਨਾ, ਉਹ ਵੀ ਸ਼ਲੋਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਇਹ 53ਵਾਂ ਸ਼ਲੋਕ ਹੈ, ਉਹ 54ਵਾਂ ਸ਼ਲੋਕ ਹੈ। ਨਹੀਂ ਤੇ ਫਿਰ 54 ਦੀ ਜਗ੍ਹਾ ਤੇ ਇੱਕ ਲਿਖਿਆ ਹੋਣਾ ਸੀ। ਕਿਉਂ? ਕਿਉਂਕਿ ਪਹਿਲਾ ਸ਼ਲੋਕ 53ਵਾਂ ਸ਼ਲੋਕ ਤੇ ਹੋ ਗਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ, ਤੇ ਜਿਹੜਾ ਅਗਲਾ ਸ਼ਲੋਕ ਮੰਨਿਆ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ, ਫਿਰ ਉਹ ਸ਼ਲੋਕ ਦੇ ਅੱਗੇ ਇੱਕ ਪਿਆ ਹੋਣਾ ਸੀ। ਕਿਉਂ? ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ। ਇਦਾਂ ਦੀ ਇੱਕ ਦੁਬਦਾ ਕੋਰਖ ਹੈ ਸਾਡੀ ਕੌਮ 'ਚ। ਭਾਈ ਮਰਦਾਨਾ ਜੀ ਦਾ ਸ਼ਬਦ ਹੈ, ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ, ਉੱਥੇ ਮਰਦਾਨਾ ਪਹਿਲਾਂ ਹੀ ਲਿਖਿਆ ਮਿਲਦਾ ਹੈ। ਨਾ ਕਿ 3 ਸ਼ਬਦ ਨੇ ਉਹਨਾਂ ਦੇ ਵਿੱਚ, ਫਿਰ ਮਰਦਾਨਾ ਮਹਿਲਾ ਪਹਿਲਾ ਦੂਜਾ ਤੀਜਾ ਐਵੇਂ ਹੁੰਦਾ ਨਹੀਂ, ਉੱਥੇ ਪਹਿਲਾਂ ਹੀ ਲਿਖਿਆ ਮਿਲਦਾ ਹੈ। ਇਸ ਸਦਕਾ ਉਹ ਬਾਣੀ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ, ਇਹ ਬਾਣੀ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ। ਇਹ ਪਹਿਲਾ ਸ਼ਲੋਕ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਤੇ ਦੂਸਰਾ ਸ਼ਲੋਕ ਜਿਹੜਾ ਹੈ ਉਹ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਬਲ ਛੁਟ ਕਿਉ ਬੰਧਨ ਪਰੇ, ਸਭ ਕਿਛ ਹੋਤ ਉਪਾਏ। ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਵੀ ਸ਼ਲੋਕ ਨਾਸ਼ਵੰਤਾਂ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਿਆਨ ਕਰਦੇ। ਵੇਖੋ ਜੀ, ਸੰਸਾਰ ਦੀ ਧਰਤੀ ਤੇ ਸਾਡਾ ਬਲ ਛੁੱਟ ਜਾਂਦਾ ਕਿਵੇਂ? ਸਾਹਿਬ ਕਹਿੰਦੇ ਜਾਂ ਕੋ ਮੁਸ਼ਕਲ ਅਤ ਬਣੈ। ਹੁਣ ਬਲ ਛੁੱਟ ਗਿਆ ਨਾ, ਜਾਂ ਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ
ਦੇ ਲਾਗੋ ਹੋਏ ਦੁਸ਼ਮਨਾ ਸਾਖ ਵੀ ਭੱਜ ਖਲੇ ਸਭੋ ਭੱਜੈ ਆਸਰਾ ਟੂਟੈ ਸਭ ਅਸਰਾਓ ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਹ ਵਾਹ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਮਝਾਉਣ ਦਾ ਜੋ ਤਰੀਕਾ ਹੈ ਸ਼ਲੋਕਾਂ ਦੇ ਅੰਦਰ ਸਮਝਾਇਆ ਕਿ ਸਰੀਰ ਨਾਸ਼ਵੰਤ ਹੈ, ਕਿਉਂਕਿ ਬੰਦਾ ਕਿਸੇ ਨਾ ਕਿਸੇ ਚੀਜ਼ ਤੋਂ ਡਰਦਾ ਹੈ, ਪਰ ਜੇ ਵੇਖੀਏ ਸਭ ਤੋਂ ਵਧੇਕ ਬੰਦਾ ਮੌਤ ਤੋਂ ਡਰਦਾ ਹੈ। ਸਭ ਤੋਂ ਵਧੇਕ ਜੇ ਕੋਈ ਡਰਦਾ ਤੇ ਮੌਤ ਤੋਂ ਡਰਦਾ। 95 ਸਾਲ ਦਾ ਬਜ਼ੁਰਗ ਆ ਕੇ ਭਾਈ ਸਾਹਿਬ ਨੂੰ ਕਹਿੰਦਾ ਹੈ ਵੀ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਅਰਦਾਸ ਕਰੋ ਦੇ ਰੋਗਤਾ ਦੀ। 95 ਸਾਲ ਦਾ ਬਜ਼ੁਰਗ, ਕਿਉਂ? ਹਜੇ ਵੀ ਮੌਤ ਤੋਂ ਡਰ ਹੈ, ਮੌਤ ਨਾ ਆ ਜੇ ਕਿਤੇ, ਦੇ ਰੋਗਤਾ ਮਿਲ ਜੇ। ਤੁਰਿਆ ਨਹੀਂ ਜਾਂਦਾ, ਬੰਦਾ ਮੰਜੀ ਤੇ ਪਿਆ, ਘਰ ਦੇ ਆ ਕੇ ਕਹਿੰਦੇ ਭਾਈ ਸਾਹਿਬ ਅਰਦਾਸ ਕਰੋ, ਬਜ਼ੁਰਗ ਠੀਕ ਨਹੀਂ ਗਏ, 100 ਸਾਲ ਦੀ ਉਮਰ, ਤੇ ਅਰਦਾਸ ਕਰੋ ਵੀ ਤੰਦਰੁਸਤੀ ਬਖਸ਼ੋ, ਦੇ ਰੋਗਤਾ ਬਖਸ਼ੋ। ਕਰਾਨੇ ਆ ਨਾ ਜੀ ਅਸੀਂ, ਕਾਹਦੇ ਲਈ? ਕਿਉਂਕਿ ਮੌਤ ਦਾ ਡਰ ਹੈ। ਕਿਉਂ ਮੌਤ ਦਾ ਡਰ ਹੈ? ਕਿਉਂਕਿ ਜ਼ਿੰਦਗੀ ਦੇ ਅੰਦਰ ਕੁਝ ਕਮਾਇਆ ਖੱਟਿਆ ਤੇ ਹੈ ਨਹੀਂ। ਜੇ ਕਮਾਇਆ ਖੱਟਿਆ ਹੁੰਦਾ ਫਿਰ ਮੌਤ ਦਾ ਡਰ ਨਾ ਹੁੰਦਾ, ਫਿਰ ਮੌਤ ਦਾ ਡਰ ਨਹੀਂ। ਇਸ ਸਦਕਾ ਸਾਹਿਬ ਕਹਿੰਦੇ ਦੁਨੀਆ ਦੇ ਅੰਦਰ ਡਰ ਹੀ ਮੌਤ ਦਾ ਉਹਨਾਂ ਨੂੰ ਹੈ ਜਿਨ੍ਹਾਂ ਨੇ ਅੱਜ ਤੱਕ ਸ਼ਬਦ ਦੀ ਨਾਮ ਦੀ ਕਮਾਈ ਨਹੀਂ ਕੀਤੀ। ਉਹਨਾਂ ਨੂੰ ਕੋਈ ਮੌਤ ਦਾ ਡਰ ਨਹੀਂ ਜਿਨ੍ਹਾਂ ਕਮਾਈ ਕੀਤੀ ਹੈ ਸ਼ਬਦ ਦੀ, ਜਿਨ੍ਹਾਂ ਨੇ ਕਰਤਾਰ ਦੇ ਨਾਮ ਨੂੰ ਜਪਿਆ, ਉਹਨਾਂ ਨੂੰ ਡਰ ਨਹੀਂ। ਵੇਖੋ ਨਾ ਭਗਤ ਬਾਬਾ ਕਬੀਰ ਸਾਹਿਬ ਕਹਿੰਦੇ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ। ਜਿਸ ਮੌਤ ਤੋਂ ਲੋਕ ਡਰਦੇ ਫਿਰਦੇ ਆ, ਲੁਕਦੇ ਫਿਰਦੇ ਨਹੀਂ, ਹਾਏ ਨਾ ਮਰ ਜਾ, ਨਾ ਮੌਤ ਆ ਜੇ ਕਿਤੇ ਮੈਨੂੰ, ਸਾਹਿਬ ਕਹਿੰਦੇ ਉਹਨਾਂ ਦੇ ਮਨ ਚ ਤੇ ਆਨੰਦ ਹੈ। ਮੌਤ ਆਵੇ ਅਸੀਂ ਉਹਨੂੰ ਗੱਲ ਨਾ ਲਗਾਈ। ਦੂਸਰੇ ਧਰਮਾਂ ਦੇ ਅੰਦਰ ਬੜਾ ਓਲਾ ਹੈ ਇਸ ਗੱਲ ਦਾ, ਪਰ ਮੇਰੇ ਪਾਤਸ਼ਾਹ ਨੇ ਗੱਲ ਕਲੀਅਰ ਕੀਤੀ। ਕਹਿੰਦੇ ਵੇਖ, ਮੌਤ ਪਹਿਲਾਂ ਹੈ ਇੱਥੇ, ਜਨਮ ਬਾਅਦ ਚ ਹੈ। ਮਰਨ ਲਿਖਾਏ ਮੰਡਲ ਮੈਂ ਆਏ, ਮੌਤ ਪਹਿਲਾਂ ਲਿਖਾਈ ਫਿਰ ਜੀਵਨ ਮਿਲਿਆ। ਤੇ ਜੇ ਸਿੱਖੀ ਦੇ ਸਕੂਲ ਚ ਆਉਣਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਇਹ ਗੁਰੂ ਨਾਨਕ ਦਾ ਘਰ ਹੈ। ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਡੋਲ ਨਹੀਂ ਗਏ ਕਿ ਹੁਣ ਕਰਤਾਰ ਮਾਲਕ ਹੀ ਬਚਾ ਸਕਦਾ ਸਾਨੂੰ ਤੇ ਰੱਬ ਹੀ ਬਚਾ ਸਕਦਾ। ਜੇ ਉਹਨਾਂ ਦੇ ਸਿੱਖ ਨਹੀਂ ਡੋਲੇ, ਸਾਹਮਣੇ ਖਲੋ ਕੇ ਆਪਣੇ ਸੀਸ ਤੇ ਆਰਾ ਚਰਵਾ ਲਿਆ, 2 ਫਾੜ ਹੋ ਗਏ। ਉਹਨਾਂ ਦੇ ਸਾਹਮਣੇ ਖਲੋਤੇ ਭਾਈ ਦਿਆਲਾ ਨੂੰ ਦੇਗ ਚੋਂ ਪਾਲ ਦਿੱਤਾ ਗਿਆ, ਉਹਨਾਂ ਦੇ ਸਾਹਮਣੇ ਖਲੋਤੇ ਭਾਈ ਸਤੀਦਾਸ ਨੂੰ ਰੂਹ ਚ ਲਪੇਟ ਕੇ ਸਾੜਿਆ ਗਿਆ। ਜੇ ਸਿੱਖ ਨਹੀਂ ਡੋਲੇ ਤੇ ਗੁਰੂ ਕਿਵੇਂ ਡੋਲੇਗਾ? ਗੁਰੂ ਥੋੜਾ ਕਹਿ ਸਕਦਾ ਆਪਣੇ ਪੁੱਤਰ ਨੂੰ ਕਿ ਇਹ ਸ਼ਲੋਕ ਲਿਖਿਆ ਵੀ ਹੁਣ ਤੇ ਰੱਬ ਹੀ ਸਹਾਈ ਪਰਮਾਤਮਾ ਨਹੀਂ। ਸਾਹਿਬ ਕਹਿੰਦੇ ਨਾਸ਼ਵੰਤਾਂ ਨੂੰ ਬਿਆਨ ਕਰਨ ਦੇ ਲਈ ਸਾਡੇ ਲਈ ਇਹ ਸ਼ਲੋਕ ਉਚਾਰਨ ਕੀਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਨਾ ਕਿ ਆਪਣੇ ਪਰਿਵਾਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਮਝਾਉਣ ਦੇ ਲਈ। ਜਿਹੜਾ ਪੁੱਤਰ 9 ਸਾਲ ਦੀ ਉਮਰ ਚ ਆਪਣੇ ਪਿਤਾ ਨੂੰ ਬਾਹ ਫੜ ਕੇ ਕਹਿ ਸਕਦਾ ਜਾਓ ਹਿੰਦ ਕੌਮ ਦੀ ਰਾਖੀ ਕਰਨ ਦੇ ਲਈ ਤੁਸੀਂ ਆਪਣੇ ਸਰੀਰ ਦਾ, ਆਪਣੇ ਸੀਸ ਦਾ ਬਲਿਦਾਨ ਦੇ ਦਿਓ, ਤੇ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੁਰ ਪੈਂਦੇ ਦਿੱਲੀ ਵੱਲ ਨੂੰ, ਉਹਦਾ ਪੁੱਤਰ ਇਹ ਗੱਲ ਨਹੀਂ ਕਹਿ ਸਕਦਾ, ਉਹਦਾ ਪਿਤਾ ਵੀ ਇਹ ਗੱਲ ਨਹੀਂ ਕਹਿ ਸਕਦਾ। ਇਹ ਸਦਕਾ ਜੇ ਫਿਰ ਏਦਾਂ ਸੋਚਾਂਗੇ ਤੇ ਫਿਰ ਇਹ ਹੋਏਗਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤੇ ਨਰਾਦਰ ਹੋ ਗਿਆ ਜੀ, ਵੀ ਉਹ ਢੈਂਦੀ ਕਲਾਂ ਚ ਚਲ ਗਏ। ਤੇ ਅੱਗੋਂ ਪੁੱਤਰ ਨੇ ਦੂਸਰੇ ਸ਼ਲੋਕ ਚ ਜਵਾਬ ਦਿੱਤਾ ਵੀ ਨਹੀਂ, ਸਭ ਕੁਛ ਗੋ ਤੋਂ ਪਾਏ, ਹੁਣ ਸਾਰਾ ਕੁਝ ਕਰਤਾਰ ਦੇ ਹੱਥ, ਮਾਲਕ ਦੇ ਹੱਥੋਂ ਸਭ ਕੁਝ ਕਰ ਸਕਦਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਗੱਲਾਂ ਦਾ ਜਵਾਬ ਦਿੱਤਾ। ਫਿਰ ਇੱਥੇ ਨਿਵਾਨਤਾ ਹੋ ਗਈ ਗੁਰੂ ਤੇਗ ਬਹਾਦਰ ਮਹਾਰਾਜ ਦੀ। ਨਹੀਂ ਨਹੀਂ, ਏਦਾਂ ਨਹੀਂ। ਇਹ ਸ਼ਲੋਕ ਦੋਵੇਂ ਦੇ ਦੋਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨੇ, ਜਿਹੜੇ ਨਾਸ਼ਵੰਤਾਂ ਨੂੰ ਬਿਆਨ ਕਰਦੇ ਹਨ। ਇਸ ਸਦਕਾ ਸਾਹਿਬ ਕਹਿੰਦੇ ਜਾਂ ਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ, ਬਲ ਛੁੱਟ ਕਿਉ ਬੰਧਨ ਪਰੇ, ਲਾਗੋ ਹੋਏ ਤੇ ਦੁਸ਼ਮਨਾ ਸਾਖ ਵੀ ਭੱਜ ਖਲੇ, ਸਭੋ ਭੱਜਾ ਆਸਰਾ ਟੂਟਾ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਕਹਿੰਦੇ ਫਿਰ ਤਤੀ ਵਾਹ ਵੀ ਨਹੀਂ ਲੱਗਦੀ। ਤੇ ਸਾਹਿਬ ਸੱਚੇ ਪਾਤਸ਼ਾਹ ਜੀ, ਕਿਉਂਕਿ ਜਦੋਂ ਬਲ ਚਲਾ ਜਾਵੇ, ਜਦੋਂ ਬਲ ਚਲਾ ਜਾਵੇ, ਸੁਣੇ ਨਾ ਬੰਦੇ ਨੂੰ, ਦਿਖੇ ਨਾ ਬੰਦੇ ਨੂੰ, ਕੁਝ ਵੀ ਚੱਲ ਵੀ ਨਾ ਸਕੇ, ਪਹੁੰਚ ਵੀ ਨਾ ਸਕੇ। ਸੁਖਮਨੀ ਸਾਹਿਬ ਦੇ ਅੰਦਰ ਸਾਹਿਬਾਂ ਨੇ ਬਿਆਨ ਕੀਤਾ ਵੀ ਜਿਹੜੇ ਬੰਦੇ ਨੂੰ ਸੁਣਦਾ ਨਹੀਂ, ਜਿਹੜੇ ਬੰਦੇ ਨੂੰ
ਸੁਣਦਾ ਨਹੀਂ, ਬੋਲ ਨਹੀਂ ਸਕਦਾ, ਤੇ ਲੱਤਾਂ ਤੋਂ ਤੁਰ ਕੇ ਪਹਾੜ ਨਹੀਂ ਚੜ ਸਕਦਾ। ਤੇ ਜੇ ਕਰਤਾਰ ਦੀ ਕਿਰਪਾ ਵਰਤ ਜਾਵੇ, ਰਹਿਮਤ ਉਹਦੀ ਹੋ ਜਾਵੇ, ਤੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ ਅੰਦਲੇ ਤ੍ਰਿਭਵਨ ਸੁਝਿਆ, ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਕੀ ਸੁਣੋ ਮੇਰੇ ਮੀਤਾ। ਇਸ ਸਦਕਾ ਜੇ ਕਰਤਾਰ ਦੀ ਕਿਰਪਾ ਹੋ ਜਾਵੇ ਤੇ ਉਹ ਬਲ ਦੇ ਦਿੰਦਾ ਹੈ, ਉਹ ਰਹਿਮਤ ਵਰਤਾ ਦਿੰਦਾ ਹੈ, ਬਖਸ਼ਿਸ਼ ਕਰ ਦਿੰਦਾ ਹੈ। ਸਰੀਰ ਬਿਨ ਸੰਕਾਰ ਗਏ, ਜਗ੍ਹਾ ਜਗ੍ਹਾ ਤੇ ਸਾਹਿਬ ਨੇ ਸਮਝਾਇਆ। ਭਗਤ ਬਾਬਾ ਰਵਿਦਾਸ ਜੀ ਨੇ ਕਿਹਾ, ਜਲ ਕੀ ਭੀਤ ਪਵਨ ਕਾ ਥੰਮਾ, ਰਗਤ ਬੂੰਦ ਕਾ ਗਾਰਾ, हाट मास नाड़ी को पिंजर, पंखी बसै बेचारा, प्राणी क्या मेरा क्या तेरा, जैसे तरवर पंख बसेरा, राखो कांद उसारो नीवा, 3.5 हाथ तेरी सीमा, बंके बाल पाग सिर ढेरी, ए तन होए गो भस्म की ढेरी। ए शरीर ते एक दिन सवाह बन जाना, राख दे सुपुर्द हो जाना। ਸਾਰਿਆਂ ਦਾ ਸਰੀਰ ਨਾਸ਼ਵੰਤਕ ਹੈ, ਸਾਰਿਆਂ ਦਾ ਸਰੀਰ ਇਥੋਂ ਖਤਮ ਹੋ ਜਾਏਗਾ। ਇਹ ਸਦਕਾ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਸਮਝਾ ਰਹੇ ਹਨ ਕਿ ਕਰਤਾਰ ਦੀ ਇਹ ਕਿਰਪਾ ਰਹਿਮਤ ਵਰਤ ਜਾਵੇ, ਬਖਸ਼ਿਸ਼ ਹੋ ਜਾਵੇ। ਕਰਤਾਰ ਦੀ ਤੇ ਸਰੀਰ ਜਿਹੜਾ ਹੈ ਮਾਲਕ ਦੇ ਦਰ ਤੇ, ਕਰਤਾਰ ਦੇ ਦਰ ਤੇ ਪ੍ਰਵਾਨ ਹੋ ਸਕਦਾ। ਜਿਉਂਦਿਆਂ ਜੀ ਪ੍ਰਵਾਨ ਹੋਣਾ, ਮਰਨ ਤੋਂ ਬਾਅਦ ਨਹੀਂ, ਕਿਉਂਕਿ ਇੱਥੇ ਗੱਲ ਜੀਵਨ ਦੀ ਹੈ, ਇੱਥੇ ਪਰਿਵਾਰਾਂ ਦੇ ਨਾਲ ਜੁੜੀ ਹੋਈ ਕੋਈ ਗੱਲ ਨਹੀਂ। ਕਿਉਂਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੱਲ ਕੀਤੀ, ਸਾਹਿਬ ਕਹਿੰਦੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਜੇ ਪਿਆਰ ਦਾ ਹੀ ਮੋਹ ਹੁੰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ, ਇੱਥੇ ਇਹੀ ਬਿਆਨ ਹੈ ਨਾ ਵੀ ਪਿਆਰ ਦੇ ਮੋਹ ਕਰਕੇ ਜਾਂ ਮੁਹੱਬਤ ਕਰਕੇ ਕਿਹਾ ਗਿਆ, ਪਰ ਨਹੀਂ, ਜੇ ਪਿਆਰ ਦਾ ਮੋਹ ਵੇਖੀਏ ਤੇ ਖਤਮ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਤਲਾਈਐ, ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਨ ਤੂੰ ਹੋਵੈ ਤੇਰਾ ਨਾਲੇ। ਇਹ ਸਦਕਾ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਕਰਤਾਰ ਮਾਲਕ ਦਾ ਨਾਮ ਸੱਚਾ ਹੈ, ਸਾਹਿਬ ਦਾ ਨਾਮ ਸੱਚਾ ਹੈ, ਬਾਕੀ ਸਭ ਕੁਝ ਫਨਾ ਹੋਣ ਵਾਲਾ ਹੈ, ਖਤਮ ਹੋਣ ਵਾਲਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਸ ਤਰੀਕੇ ਨਾਲ ਇਸ ਪਾਵਨ ਸ਼ਲੋਕ ਦੇ ਅੰਦਰ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣ ਦਾ ਯਤਨ ਕਰਦੇ ਕਾਨਾ। ਪੂਰਬ ਜਨਮ ਕੀਰ ਬਿਰਤੰਤ, ਕਰ ਸਿਮਰਨ ਕੋ ਸ਼੍ਰੀ ਭਗਵੰਤ। ਕਹਿੰਦੇ ਕਨ ਪੂਰਬ ਜਨਮ ਦਾ ਇਹ ਬਿਰਤਾਂਤ ਹੈ ਕਿ ਜੇ ਤੁਸੀਂ ਕਰਤਾਰ ਦੇ ਨਾਮ ਨੂੰ ਸਿਮਰੋਗੇ, ਸਾਹਿਬ ਦੇ ਨਾਮ ਨੂੰ ਸਿਮਰੋਗੇ, ਤਾਂ ਮਾਲਕ ਦੇ ਘਰ ਦੇ ਅੰਦਰ ਪ੍ਰਵਾਨ ਹੋਵੋਗੇ। ਲਿਖਿਓ ਪਤਾ ਜਿਮ ਕਰੀ ਸਹਾਏ, ਰਨ ਕਰ ਰਾਖਸ਼ ਦਏ ਖਪਾਏ। ਕਹਿੰਦੇ ਕਰਤਾਰ ਦੀ ਮਰਜ਼ੀ ਹੈ, ਰਹਿਮਤ ਹੈ, ਉਸ ਦਾਤੇ ਦੀ ਜੋ ਚਾਵੇ ਉਹ ਕਰ ਸਕਦਾ ਹੈ। ਇੱਥੇ ਗੱਲ ਕੀਤੀ ਵਿਰੰਕ ਅਤੇ ਅਮੀਰ ਨੂੰ ਵੀ ਖਤਮ ਕਰਨ ਵਾਲਾ ਉਹ ਕਰਤਾਰ ਹੈ, ਕਿਉਂਕਿ ਜਦੋਂ ਭਗਤ ਤਰਲੋਚਨ ਜੀ ਨੇ ਕਿਹਾ, ਉਹ ਕਹਿੰਦੇ ਤੈਂ ਕਰ ਦਲ ਕਰਨ ਮਹਾਬਲੀ, ਤਿਨ ਆਗਲ ਦੇ ਮੈਂ ਰਹਿਣ ਨਾ ਜਾਏ, ਕੋਈ ਕੋਈ ਸਾਜਨ ਆਏ ਕਹਿ ਮਿਲ ਮੇਰੇ ਬੀਠਲਾ ਲੈ ਬਾਹੜੀ ਬੁਲਾਏ। ਇਹ ਜਿਹੜਾ ਪਾਵਨ ਸ਼ਬਦ ਦੀ ਅਖੀਰਲੀਆਂ ਪੰਕਤੀਆਂ ਦੇ ਅਖੀਰ ਦੇ ਅੰਦਰ ਉਹਨਾਂ ਨੇ ਗੱਲ ਕੀਤੀ, ਕਹਿੰਦੇ ਤੈਂ ਕਰ ਦਲ ਕਰਨ ਮਹਾਬਲੀ, ਵੱਡੇ ਵੱਡੇ ਮਹਾਬਲੀਆਂ ਨੂੰ ਵੀ ਦਲਮਲ ਕਰ ਦਿੰਦਾ, ਖਤਮ ਕਰ ਦਿੰਦਾ, ਨਾਸ਼ ਕਰ ਦਿੰਦਾ ਉਹ ਕਰਤਾਰ, ਉਹ ਮਾਲਕ। ਆਵੇ ਦੁਸ਼ਟ ਉਠਾਈ ਖੁਟਾਈ, ਬੰਧਨ ਦਈ ਅੰਗ ਮੈਂ ਪਾਈ। ਕਹਿੰਦੇ ਹੁਣ ਇਹ ਦੁਸ਼ਟ ਜਿਹੜੇ ਕਨ ਖੋਟਾ ਕੰਮ ਕਰ ਰਹੇ ਕਨ, ਤੇ ਇਸ ਸਦਕਾ ਬੰਧਨਾਂ ਦੇ ਵਿੱਚ ਪਾਣ ਦਾ ਯਤਨ ਕਰਦੇ ਹਨ, ਬੇੜੀਆਂ ਬੰਨ ਕੇ ਬੜੇ ਤਸੀਹੇ ਤਸ਼ੱਦਦ ਦਿੰਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ। ਗਹੀ ਓਟ ਪਰਮੇਸ਼ਰ ਕੇਰੀ, ਜਿਮ ਗਜ ਕੀ ਛੇਦੀ ਪਗ ਬੇਰੀ। ਕਹਿੰਦੇ ਜਿਵੇਂ ਕਰਤਾਰ ਨੇ ਉਸ ਗੱਜ ਦੀਆਂ ਬੇੜੀਆਂ ਨੂੰ ਤੋੜਿਆ, ਉਹਨੂੰ ਬੰਧਨ ਤੋਂ ਮੁਕਤ ਕੀਤਾ, ਕਰਤਾਰ ਰਹਿਮਤ ਕਰੇ, ਬਖਸ਼ਿਸ਼ ਕਰੇ ਸੰਸਾਰ ਦੇ ਕਲਯੁਗੀ ਜੀਵਾਂ ਨੂੰ ਵੀ। ਇਹਨਾਂ ਬੇੜੀਆਂ ਤੋਂ, ਕਿਹੜੀਆਂ ਬੇੜੀਆਂ ਜੀ? ਵਿਕਾਰਾਂ ਦੀਆਂ ਪਈਆਂ ਹੋਈਆਂ ਬੇੜੀਆਂ, ਜੰਜਾਲਾਂ ਦੀਆਂ ਪਈਆਂ ਹੋਈਆਂ ਬੇੜੀਆਂ, ਕੰਮਾਂ ਕਾਰਾਂ ਦੀਆਂ ਪਈਆਂ ਹੋਈਆਂ ਬੇੜੀਆਂ ਨੂੰ ਕਿਤੇ ਕਰਤਾਰ ਤੋੜ ਦੇ। ਇਸ ਲਈ ਉਸ ਮਾਲਕ ਦਾ ਸਿਮਰਨ ਕਰੋ। ਸੋ ਅਬ ਸਮਾ ਆਏ ਕਰ ਹੋਆ, ਨਾਹਿਨ ਸਹਾਇਕ ਤੁਮ ਬਿਨ ਜੋਵਾ। ਕਹਿੰਦੇ ਗਣ ਹੁਣ ਇਹ ਸਮਾਂ ਆ ਗਿਆ ਹੈ, ਤੁਹਾਡੇ ਤੋਂ ਬਗੈਰ ਹੋਰ ਕੋਈ ਸਹਾਇਕ ਹੋਣ ਵਾਲਾ। ਇਸ ਸਦਕਾ ਕੌਣ ਸਹਾਇਤਾ ਕਰਨ ਵਾਲਾ ਹੈ? ਅਕਾਲ ਪੁਰਖ ਕਰਤਾ, ਜਿਹਨੂੰ ਸਰਬ ਕਲਾ ਸਮਰੱਥ ਕਿਹਾ ਜਾਂਦਾ ਹੈ।
ਜਦੋਂ ਸਮਰੱਥ ਕਹਿੰਦੇ ਆ ਫਿਰ ਸਭ ਕੁਝ ਖਤਮ ਹੋ ਜਾਂਦਾ ਹੈ। ਆਪਾਂ ਪੜ੍ਹਦੇ ਆ ਸ਼ਬਦ, ਇਹ ਮਨ ਮੇਰਿਆ ਤੂੰ ਸਦਾ ਰੋ ਕਰਨਾਲੇ, ਹਰਨਾਰ ਰੂ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਜਦੋਂ ਸਮਰੱਥ ਸ਼ਬਦ ਆ ਗਿਆ ਨਾ ਫਿਰ ਸਮਝ ਲਓ ਕੁਝ ਵੀ ਕਰ ਸਕਦਾ ਹੈ। ਜਦੋਂ ਸਮਰੱਥ ਸ਼ਬਦ ਆ ਗਿਆ, ਏਡਾ ਸਮਰੱਥ ਕਹੇ, ਜਲ ਤੇ ਥਲ ਕਰ ਥਲ ਤੇ ਕੂਆ ਕੂਬ ਤੇ ਮੇਰ ਚੜਾਵੇ, ਏਡੀ ਉਹਦੇ ਚ ਸਮਰੱਥਾ ਹੈ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਖਰ ਪੰਡਤ ਕੋ ਮੂਰਖ ਕਰਪ ਮੂਰਖ ਤੇ ਮੁਦਗਾਰੀ। ਇਹ ਸਦਕਾ ਏਡੀ ਉਹਦੇ ਚ ਕਿਰਪਾ ਕਹੇ, ਏਡੀ ਕਲਾ ਉਸ ਮਾਲਕ ਦੀ ਵਰਤਦੀ ਏ। ਉਹ ਸਮਰੱਥ ਕਹੇ ਸਰਬ ਕਲਾ, ਸਮਰੱਥ ਕਹੇ ਉਦਾਤਾ। ਇਕ ਦੋਹਾ ਲਿਖ ਕਰ ਨਿਜ ਹਾਥ, ਬਹੁਰ ਬਣਾਏ ਅਪਰ ਕੋ ਨਾਥ। ਫਿਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਮੁਖ ਤੋਂ ਮੁਬਾਰਕ ਬਾਣੀ ਦੇ ਸ਼ਲੋਕ ਜਿਹੜੇ ਕਨ ਕਹੇ ਕਾਨਾ। ਸੰਗ ਸਖਾ ਸਭ ਤਜ ਗਏ, ਕਉ ਨ ਨਿਭਿਓ ਸਾਥ, ਕਹੋ ਨਾਨਕ ਏ ਬਿਪਤ ਮੈਂ ਟੇਕ ਏਕ ਰਘੁਨਾਥ। ਕਹਿੰਦੇ ਕਨ ਸਾਰੇ ਹੀ ਸੰਗ ਜਿਹੜੇ ਕਨ ਛੱਡ ਕੇ ਚਲੇ ਜਾਂਦੇ ਕਨ। ਇੱਥੇ ਵਿਦਵਾਨਾਂ ਨੇ ਬੜੀ ਤਰ੍ਹਾਂ ਦੇ ਅਰਥ ਕੀਤੇ ਆ। ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ। ਜਿੱਥੇ ਇਹ ਸਰੀਰ ਦੀ ਗੱਲ ਕੀਤੀ ਹੈ, ਰਿਸ਼ਤੇਦਾਰਾਂ ਦੀ ਗੱਲ ਕੀਤੀ ਹੈ, ਪਰਿਵਾਰ ਦੀ ਗੱਲ ਕੀਤੀ ਹੈ, ਉੱਥੇ ਨਾਲ ਇਹ ਵੀ ਗੱਲ ਕੀਤੀ ਹੈ ਵੀ ਇਹ ਇੰਦਰੇ ਵੀ ਤੇਰਾ ਸਾਥ ਨਹੀਂ ਦੇਣਗੇ। ਜਿਹੜੇ ਆ ਇੰਦਰੇ ਨੇ ਨਾ, ਅੱਖਾਂ ਵੇਖਦੀਆਂ ਨੇ, ਕੰਨ ਸੁਣਦੇ ਕਨ, ਪੈਰਾਂ ਨਾਲ ਚੱਲਦੇ ਆ, ਹੱਥਾਂ ਨਾਲ ਸਭ ਕੁਝ ਕਰਦੇ ਆ, ਬਾਡੀ ਜਿੰਨੀ ਵੀ ਹੈ ਸਾਰੀ ਦੀ ਸਾਰੀ। ਕਹਿੰਦੇ ਜਿੱਦਣ ਕਰਤਾਰ ਨੇ ਅੰਦਰੋਂ ਜਿੰਦ ਕੱਢੀ, ਉਦਣ ਇੱਕ ਵੀ ਬੋਲ ਤੂੰ ਬੋਲ ਨਹੀਂ ਸਕਣਾ। ਆ ਜੀਵ ਜਿਹੜੀ ਦਿਨ ਰਾਤ ਬੋਲਦੀ ਏ, ਜਿੱਦਣ ਉਹਨੇ ਜਿੰਦ ਕੱਢ ਲਈ ਇਹਦੇ ਤੋਂ ਬੋਲਿਆ ਨਹੀਂ ਜਾਣਾ। ਕੰਨ ਦਿਨ ਰਾਤ ਨਿੰਦਿਆ ਸੁਣਦੇ ਨੇ, ਝੂਠ ਸੁਣਦੇ ਨੇ, ਪਰ ਜਿੱਦਣ ਉਹਨੇ ਜਿੰਦ ਕੱਢ ਲਈ ਉਦਣ ਕੰਨਾਂ 'ਚ ਕੋਈ ਆਵਾਜ਼ ਨਹੀਂ ਪੈਣੀ। ਬੱਚੇ ਧਾਗਾ ਮਾਰ ਕੇ ਕਹਿਣਗੇ ਪਿਤਾ ਉੱਠ, ਸਾਡੇ ਨਾਲ ਕੋਈ ਗੱਲਬਾਤ ਕਰ, ਪਰ ਅੱਜ ਨਹੀਂ, ਕਿਉਂਕਿ ਅੱਜ ਅੰਦਰ ਤੋਂ ਜਿੰਦ ਨਿਕਲ ਚੁੱਕੀ ਹੈ, ਸਿਰਫ ਬਾਡੀ ਸਰੀਰ ਬਾਕੀ। ਅੱਖਾਂ ਜਿਹੜੀਆਂ ਦਿਨ ਰਾਤ ਗੰਦ ਵੇਖਦੀਆਂ ਨੇ, ਇਹਨਾਂ ਨੇ ਵੀ ਉਦਣ ਖੁੱਲਣਾ ਨਹੀਂ। ਮੂੰਦ ਲੈਣੇ ਨੇ ਜਦੋਂ ਦਰਵਾਜ਼ੇ ਘਰ ਦੇ ਖੋਲਣ ਦਾ ਯਤਨ ਕਰਨਗੇ, ਪਰ ਖੁੱਲਣਗੇ ਨਹੀਂ। ਹੱਥਾਂ ਨੂੰ ਚੁੱਕ ਚੁੱਕ ਕੇ ਕਹਿਣਗੇ ਸਾਨੂੰ ਕਲਾਵੇ ਚ ਲੈ, ਜਿਵੇਂ ਪਹਿਲਾਂ ਲੈਣਾ ਸੈਂ, ਹੱਥਾਂ 'ਚ ਜਾਨ ਹੀ ਨਹੀਂ ਹੋਣੀ। ਪੈਰਾਂ ਨੂੰ ਕਹਿਣਗੇ ਚੱਲ ਉੱਠ ਸਾਡੇ ਨਾਲ, ਪੈਰਾਂ 'ਚ ਜਾਨ ਨਹੀਂ ਹੋਣੀ। ਇਹ ਸਦਕਾ ਭਲਿਓ ਸਾਹਿਬ ਕਹਿੰਦੇ ਹਨ ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ। ਜਿੱਥੇ ਸੰਗੀ ਸਾਥੀ ਛੱਡ ਗਏ, ਉੱਥੇ ਸਰੀਰ ਦੇ ਨਾਲ ਜੁੜਿਆ ਹੋਇਆ ਹਰੇਕ ਪਾਰਟ ਵੀ ਸਾਡਾ ਸਾਥ ਛੱਡ ਗਿਆ। ਇਹ ਵੀ ਨਾਲ ਨਹੀਂ, ਇਹ ਇੰਦਰੇ ਵੀ ਨਾਲ ਨਿਭਣ ਵਾਲੇ ਨਹੀਂ। ਇੱਥੇ ਰਾਖ ਦੇ ਸਪੁਰਦ ਹੋਣੇ ਨੇ, ਇੱਥੇ ਹੀ ਸਵਾਹ ਬਣ ਜਾਣਾ। ਇਹਨਾਂ ਅੱਖਾਂ ਨੇ, ਆ ਸਰੀਰ ਨੇ, ਸਾਰੇ ਦੇ ਸਾਰੇ ਚਮੜੇ ਨੇ ਸਵਾਹ ਦੇ ਸਪੁਰਦ ਹੋ ਜਾਣਾ। ਸਾਡੇ ਨਾਲ ਕੁਝ ਵੀ ਇਹਨਾਂ ਚੋਂ ਜਾਣਾ ਨਹੀਂ। ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ। ਨਿਭਣ ਵਾਲਾ ਕੀ ਹੈ? ਕਰਤਾਰ ਦਾ ਨਾਮ, ਸਾਹਿਬ ਦਾ ਨਾਮ ਨਿਭਣ ਵਾਲਾ ਕਹੈ। ਨਾਮ ਰਿਹੋ ਸਾਧੂ ਰਿਹੋ, ਰਿਹੋ ਗੁਰ ਗੋਬਿੰਦ। ਅਗਲੀ ਪੰਕਤੀ ਦੇ ਅੰਦਰ ਸਾਹਿਬ ਕਹਿੰਦੇ ਕਹੋ ਨਾਨਕ ਏਕ ਬਿਪਤ ਮੈਂ ਟੇਕ ਏਕ ਰਘੁਨਾਥ। ਇਹ ਜਿਹੜੀ ਬਿਪਤਾ ਪਈ ਹੈ ਬੰਦੇ ਤੇ, ਇਹਦੇ ਵਿੱਚ ਸਿਰਫ ਇੱਕੋ ਇੱਕ ਪਰਮਾਤਮਾ ਕੀ ਸਾਥ ਦੇ ਸਕਦਾ। ਕਿਉਂਕਿ ਜਦੋਂ ਇਸ ਸੰਸਾਰ ਦੀ ਧਰਤੀ ਤੋਂ ਜਾਵੇਂਗਾ, ਤੇਰੇ ਨਾਲ ਕੁਝ ਵੀ ਨਹੀਂ ਜਾਣਾ, ਕੇਵਲ ਨਾਮ ਜਾਣਾ, ਕੇਵਲ ਨਾਮ। ਪੀਰ ਪ੍ਰੀਤ ਮੁਰੀਦਾ ਪਿੜਖੀ ਪਿਰਖੜੀ ਨਿਭ ਹੈ ਜੀ ਨਾਲੇ। ਭਾਈ ਗੁਰਦਾਸ ਜੀ ਕਹਿੰਦੇ ਜਿਹੜੀ ਪ੍ਰੀਤ ਹੈ ਇਹੀ ਕਰਤਾਰ ਦੇ ਘਰ ਤੱਕ ਨਾਲ ਨਿਭੇਗੀ, ਬਾਕੀ ਸਭ ਕੁਝ ਇੱਥੇ ਖਤਮ ਹੋ ਜਾਏਗਾ, ਸੁਭਾਅ ਜਾਣਾ ਹੈ। ਜੋ ਕੁਝ ਜੋੜੀ ਫਿਰਦੇ ਆ, ਜੋ ਕੁਝ ਇਕੱਤਰ ਕਰੀ ਫਿਰਦੇ ਆ, ਇਹ ਸਭ ਕੁਝ ਇੱਥੇ ਰਹਿ ਜਾਣਾ, ਨਾਲ ਤੇ ਕੁਝ ਵੀ ਨਹੀਂ ਜਾਣਾ। ਨਾਲ ਕੇਵਲ ਨਾਮ ਨਿਭਣਾ। ਜਿੰਨੀਆਂ ਘੜੀਆਂ ਜਪਦੇ ਹੋ, ਜਿੰਨੀਆਂ ਘੜੀਆਂ ਧਿਆਉਂਦੇ ਹੋ, ਉਹੀ ਸਫਲੀਆਂ ਨੇ, ਬਾਕੀ ਅਸਫਲ ਨੇ, ਬਾਕੀ ਅਸਫਲ ਨੇ। ਮੈਂ ਕਈ ਵਾਰੀ ਜ਼ਿਕਰ ਕਰਦਾ ਵੀ ਲੀਡਰ ਲੋਕ ਜਦੋਂ ਭੋਗ ਤੇ ਕਿਸੇ ਦੇ ਆਉਂਦੇ ਨੇ ਨਾ, ਤੇ ਖਲੋ ਕੇ ਇਹ ਬਾਤ ਕਹਿੰਦੇ ਨੇ, ਕਹਿੰਦੇ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਸ਼ਾਮਲ ਹੋਏ। ਕੀਮਤੀ ਟਾਈਮ ਕੱਢ ਕੇ, ਕੀ ਉਹ ਕੀਮਤੀ ਟਾਈਮ ਸੀ ਜਦੋਂ ਕਿਤੇ ਬਹਿ ਕੇ ਤਾਸ਼ ਕੁੱਟ ਰਿਹਾ ਸੀ?
ਕਿ ਉਹ ਕੀਮਤੀ ਟਾਈਮ ਸੀ ਜਦੋਂ ਕਿਤੇ ਬਹਿ ਕੇ ਨਿੰਦਿਆ ਕਰ ਰਿਹਾ ਸੀ? ਕਿ ਉਹ ਕੀਮਤੀ ਟਾਈਮ ਸੀ ਜਦੋਂ ਕਿਤੇ ਝੂਠ ਬੋਲ ਰਿਹਾ ਸੀ, ਠੱਗੀ ਮਾਰ ਰਿਹਾ ਸੀ? ਨਹੀਂ, ਭਲਿਆ ਕੀਮਤੀ ਟਾਈਮ ਤੇ ਉਹ ਜਦੋਂ ਤੂੰ ਗੁਰੂ ਦੀ ਹਜ਼ੂਰੀ ਚ ਆ ਗਿਆ। ਇਹ ਕੀਮਤੀ ਟਾਈਮ, ਇਹ ਕੀਮਤੀ ਟਾਈਮ ਨੂੰ ਅਸੀਂ ਟਾਈਮ ਨਹੀਂ ਸਮਝਦੇ। ਤੇ ਜਿਹੜਾ ਅਸੀਂ ਕਿਤੇ ਬਹਿ ਕੇ ਚੋਰੀ ਕਰ ਰਹੇ ਆ, ਝੂਠ ਬੋਲ ਰਹੇ ਆ, ਉਹ ਕੀਮਤੀ ਟਾਈਮ ਇੱਥੇ ਸਟੇਜਾਂ ਤੋਂ ਖਲੋ ਕੇ ਹਜ਼ੂਰੀ ਚ ਖਲੋ ਕੇ ਬੋਲਿਆ ਜਾਂਦਾ। ਤੁਸੀਂ ਕੀਮਤੀ ਟਾਈਮ ਕੱਢ ਕੇ ਆਏ? ਨਹੀਂ, ਆਹ ਕੀਮਤੀ ਟਾਈਮ ਜੀ ਜਿਹੜਾ ਸੰਗਤ ਚ ਬਹਿ ਕੇ ਤੁਸੀਂ ਗੁਜ਼ਾਰ ਲਿਆ, ਜਪ ਲਿਆ, ਧਿਆ ਲਿਆ, ਇਹ ਲੇਖੇ ਚ, ਬਾਕੀ ਕੋਈ ਲੇਖੇ ਚ ਨਹੀਂ। ਬਾਕੀ ਤੇ ਇਹ ਕਹਿ ਲੋ ਵੀ ਐਵੇਂ ਦਾ ਉਹ ਸੱਚੇ ਕੀ ਸੱਚ ਨਿਬੜਾ ਚੁਣ ਵੱਖ ਕੱਢੇ ਜਜਮਾਲਿਆ, ਉਹਨੇ ਚੁੱਕ ਕੇ ਬਾਹਰ ਮਾਰਨਾ ਵੀ ਇੰਨੀ ਕੋਈ ਭਗਤੀ ਸੀ ਤੇਰੀ, ਸਿਮਰਨ ਤੇ ਹੈ ਨਹੀਂ ਤੇਰੀ ਜ਼ਿੰਦਗੀ ਚ। ਇਹ ਸਦਕਾ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਪਰਮਾਤਮਾ, ਇੱਕ ਅਕਾਲ ਪੁਰਖ ਕਰਤੇ ਦੇ ਨਾਮ ਨੂੰ ਧਿਆ, ਜਿਹੜਾ ਇੱਥੇ ਵੀ ਤੇ ਮਾਲਕ ਦੇ ਘਰ ਦੇ ਅੰਦਰ ਵੀ ਜਗ੍ਹਾ ਦਿਵਾਉਣ ਵਾਲਾ ਹੈ। ਉਹਦੇ ਤੋਂ ਲਾਂਭੇ ਨਾ ਹੋ, ਉਹਦੇ ਤੋਂ ਦੂਰ ਨਾ ਜਾ। ਅਸੀਂ ਜਿੰਨੇ ਵੀ ਲੋਕ ਆ ਨਾ, ਵਿੱਚ ਹੀ ਮੈਂ, ਅਸੀਂ ਸਾਰੇ ਪਰਿਵਾਰਾਂ ਨਾਲ ਜੁੜੇ ਆ, ਸੰਸਾਰ ਨਾਲ ਜੁੜੇ ਆ। ਨਿਰੰਕਾਰ ਤੋਂ ਅਸੀਂ ਕੋਹਾਂ ਦੂਰ ਹਾਂ, ਨਿਰੰਕਾਰ ਤੋਂ ਕੋਹਾਂ ਦੂਰ ਕਾ ਕਿੰਨਾ ਕੁ ਕਿਤੇ ਜਪਦੇ ਆ। ਅਸੀਂ ਤੇ ਆਪਣੀ ਡਿਊਟੀ ਵਜਾਉਂਦੇ ਆ, ਜਿੰਨੀ ਕੁ ਡਿਊਟੀ ਅਸੀਂ ਆਪਣੀ ਕਰ ਲੈਨੇ ਆ ਨਾ, ਬਸ ਓਨਾ ਕੋਈ ਸਿਮਰਨ, ਓਨਾ ਕੋਈ ਨਿਤਨੇਮ, ਓਨੀ ਕੁ ਬੰਦਗੀ ਏ। ਇਹ ਤੋਂ ਵੱਧ ਅਸੀਂ ਕੀ ਕਰਦੇ ਆ? ਇਹ ਤੋਂ ਵੱਧ ਅਸੀਂ ਕਿੰਨਾ ਕੁ ਪੜ੍ਹਦੇ ਆ? ਇਹ ਤੋਂ ਵੱਧ ਅਸੀਂ ਕਿੰਨਾ ਕੁ ਰੱਬ ਨੂੰ ਯਾਦ ਕਰਦੇ? ਨਹੀਂ। ਸਾਹਿਬ ਕਿਰਪਾ ਕਰੇ। ਸਾਹਿਬ ਕਹਿੰਦੇ ਉੱਠਦਿਆਂ ਬਹਿੰਦਿਆਂ ਵੀ ਤੂੰ ਮਾਲਕ ਨੂੰ ਧਿਆ, ਹਰ ਵਕਤ ਤੂੰ ਉਹਨੂੰ ਯਾਦ ਕਰ, ਹਰ ਵਕਤ ਤੂੰ ਉਹਨੂੰ ਚੇਤਾ ਕਰ। ਏਦੀ ਆਰਾਧਨਾ ਹੋਵੇ ਤੇਰੇ ਹਿਰਦੇ ਰੂਪੀ ਘਰ ਚ, ਮਾਲਕ ਹਰ ਵਕਤ ਹੀ ਤੈਨੂੰ ਯਾਦ ਰਵੇ। ਗੁਰ ਮੇਰੇ ਸੰਗ ਸਦਾ ਕਹਿ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਸਦਾ ਚੇਤਾ ਕਰਦਾ ਰਹੇ, ਸਦਾ ਯਾਦ ਕਰਦਾ ਰਹੇ। ਉਹ ਅੰਗ ਸੰਗ ਕਹਿ ਕਿਤੇ ਦੂਰ ਨਹੀਂ। ਜੇ ਸੰਸਾਰ ਦੇ तमाम ਲੋਕ ਤੇਰਾ ਸਾਥ ਛੱਡ ਜਾਣਗੇ ਨਾ, ਨਾਮ ਕਦੀ ਵੀ ਤੇਰਾ ਸਾਥ ਨਹੀਂ ਛੱਡੇਗਾ। ਸਾਹਿਬ ਕਹਿੰਦੇ ਨਾਮ ਐਸਾ ਹੈ, ਗੁਰ ਕਾ ਸ਼ਬਦ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾ ਨਾ ਸਾਕੈ ਜਾਲੇ। ਗੁਰੂ ਦਾ ਸ਼ਬਦ ਐਸਾ ਹੈ ਕਿ ਕਿਰਪਾ ਐਸੀ ਹੈ ਗੁਰੂ ਦੇ ਸ਼ਬਦ ਚ, ਅੱਗ ਜਿਹੜੀ ਹੈ ਇਸ ਨਾਮ ਨੂੰ ਸਾੜ ਨਹੀਂ ਸਕਦੀ, ਜਲ ਜਿਹੜਾ ਇਸ ਨਾਮ ਨੂੰ ਡੋਬ ਨਹੀਂ ਸਕਦਾ, ਤੇ ਚੋਰ ਜਿਹੜਾ ਹੈ ਉਹ ਇਸ ਨਾਮ ਨੂੰ ਚਰਾ ਨਹੀਂ ਸਕਦਾ। ਜਿੰਨੀ ਬੰਦਗੀ ਤੂੰ ਕੀਤੀ ਹੈ ਤੇਰੇ ਪੇਟੇ ਹੈ, ਨਾ ਕੋਈ ਬਾਹਰੋਂ ਆ ਕੇ ਤੇਰੀ ਇਹ ਬੰਦਗੀ ਲੁੱਟ ਕੇ ਲਿਜਾ ਸਕਦਾ। ਜਿੰਨਾ ਸਿਮਰਨ ਤੂੰ ਕਰੇਗਾ ਤੇਰੇ ਹਿੱਸੇ ਦਾ ਹੈ, ਕੋਈ ਦੂਜਾ ਬੰਦਾ ਲੁੱਟ ਕੇ ਨਹੀਂ ਲਿਜਾ ਸਕਦਾ। ਪੈਸਾ ਲੁੱਟਿਆ ਜਾ ਸਕਦਾ ਹੈ, ਹਰੇਕ ਚੀਜ਼ ਲੁੱਟੀ ਜਾ ਸਕਦੀ ਹੈ, ਪਰ ਨਾਮ ਨਹੀਂ ਲੁੱਟਿਆ ਜਾ ਸਕਦਾ। ਲੁੱਟ ਸਕਦਾ ਜੀ ਕੋਈ ਨਾਮ? ਨਹੀਂ ਲੁੱਟ ਸਕਦਾ। ਜਿੰਨਾ ਤੂੰ ਜਪਿਆ ਤੇਰੇ ਖਜ਼ਾਨੇ ਚ ਪਿਆ, ਤੇਰੀ ਤਿਜੋਰੀ ਚ ਪਿਆ। ਦੂਜਾ ਧਨ ਚੋਰ ਆਵੇਗਾ, ਤੈਨੂੰ ਮਾਰ ਕੇ ਖਤਮ ਕਰਕੇ ਸਭ ਕੁਝ ਲੁੱਟ ਕੇ ਲੈ ਜਾਏਗਾ, ਤੇਰੀ ਜਾਨ ਵੀ ਖਤਮ ਹੋ ਜਾਏਗੀ। ਉਸ ਧਨ ਨੂੰ ਬਚਾਉਂਦਾ 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 ਤੂੰ ਝੁਰੀ ਗਿਆ, ਤੇ ਉਸ ਧਨ ਨੂੰ ਪਾਉਂਦਾ ਪਾਉਂਦਾ ਅਗਲਾ ਤੇਰੀ ਜਾਨ ਲੈ ਗਿਆ, ਖਤਮ ਕਰ ਗਿਆ ਨਾ ਤੈਨੂੰ। ਅਗਲਾ ਆਪਣਾ ਘਰ ਭਰ ਲਿਆ, ਤੇਰੀ ਜ਼ਿੰਦਗੀ ਉੱਥੇ ਖਤਮ ਤੇ ਤਬਾਹ ਹੋ ਗਈ। ਇਸ ਲਈ ਜੇ ਜੋੜਨਾ ਹੈ ਤੇ ਪ੍ਰਮਾਤਮਾ ਦਾ ਨਾਮ ਜੋੜ, ਜਿਨੇ ਤੈਨੂੰ ਕਰਤੇ ਦੇ ਘਰ ਚ ਜਗ੍ਹਾ ਦਿਵਾਉਣੀ ਹੈ। ਬਾਕੀ ਇਹ ਸਭ ਕੁਝ ਨਾਸ਼ਵੰਤਕ ਹੈ। ਇੱਕ ਮਾਲਕ ਨਾਲ ਜੁੜੀਏ, ਇੱਕ ਸਾਹਿਬ ਨਾਲ ਜੁੜੀਏ, ਤਾਂ ਕਿ ਸਾਡਾ ਆਇਆ ਹੋਇਆ ਪ੍ਰਵਾਨ ਹੋ ਜਾਵੇ। ਇਹ ਜਿੰਨੇ ਸ਼ਲੋਕ ਹਨ, ਇਹ ਸ਼ਲੋਕ ਸਾਡੇ ਲਈ ਨੇ ਕਿ ਅਸੀਂ ਜਿਹੜੇ ਮਨੁੱਖ ਸੰਸਾਰ ਦੇ ਅੰਦਰ ਗਾਫਲ ਹੋਏ ਪਸਰੇ ਪਏ ਆ, ਸੁੱਤੇ ਪਏ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਧਰਵਾਸ ਦੇਣ ਦੀ ਕੋਈ ਲੋੜ ਨਹੀਂ, ਉਹ ਤੇ ਆਪ ਪਿਤਾ ਨੂੰ ਤੋਰ ਰਹੇ। ਪਰ ਇਹ ਸ਼ਲੋਕ ਨੇ ਸਾਡੇ ਕਲਯੁਗੀ ਜੀਵਾਂ ਲਈ, ਕਿ ਅਸੀਂ ਆਪਣਾ ਜੀਵਨ ਪਵਿੱਤਰ ਬਣਾ ਸਕੀਏ, ਅਸੀਂ ਆਪਣੇ ਸਾਹਿਬ ਨਾਲ ਜੁੜ ਸਕੀਏ। ਸਾਹਿਬ ਕਹਿੰਦੇ ਆ, ਵੇਖ ਤੇਰੀ ਜ਼ਿੰਦਗੀ 'ਚ ਵੀ ਇਦਾਂ ਦੇ ਕਈ ਘਟਨਾਕ੍ਰਮ ਆਉਂਦੇ ਨੇ, ਜਦੋਂ ਬੰਦਾ ਸੰਗ ਸਖਾ ਸਭ ਤਜ ਕੇ ਕਉ ਨਾ ਨਿਭਿਓ ਸਾਥ। ਫਿਰ ਕੀ ਹੁੰਦਾ? ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਫਿਰ ਤੂੰ ਜਦੋਂ ਸਾਰੇ ਆਸਰੇ ਛੁੱਟ ਜਾਂਦੇ ਨੇ, ਫਿਰ ਤੂੰ ਭੱਜ ਕੇ ਗੁਰੂ ਕੋਲ ਆ ਕੇ ਅਰਦਾਸਾਂ ਕਰਦਾ, ਸਾਹਿਬਾ ਮੈਂ ਅਖੰਡ ਪਾਠ ਕਰਾਵਾਂਗਾ, ਮੈਂ ਸਹਿਜ ਪਾਠ ਕਰਾਵਾਂਗਾ, ਮੈਂ ਸੁਖਮਨੀ ਸਾਹਿਬ ਕਰਾਵਾਂਗਾ, ਤੂੰ ਕਿਰਪਾ ਕਰ ਮੇਰੀ ਬਾਂਹ ਫੜ ਲੈ। ਅੱਜ ਮੇਰਾ ਦੋਸਤ ਵੀ ਮੇਰੇ ਤੋਂ ਲਾਂਭੇ ਹੋ ਗਿਆ, ਅੱਜ ਮੇਰੇ ਮਿੱਤਰ ਸੱਜਣ ਦੂਰ ਹੋ ਗਏ, ਅੱਜ ਮੇਰੇ ਘਰ ਵਾਲੇ ਵੀ ਮੇਰੇ ਤੋਂ ਦੂਰ ਹੋ ਗਏ। ਸਾਹਿਬਾ ਹੁਣ ਤੂੰ ਹੀ ਹੈ ਮੇਰਾ ਬਾਂਹ ਫੜ ਸਕਦਾ ਹੈ, ਤੂੰ ਹੀ ਕਿਰਪਾ ਕਰ ਸਕਦਾ। ਉਦੋਂ ਜੋ ਆਉਂਦੇ ਆ ਤੇ ਬਾਬਾ ਕਬੀਰ ਸਾਹਿਬ ਕਹਿੰਦੇ, ਕਾਮ ਪੜਿਆ ਤੋ ਸਿਮਰੀ ਹੈ, ਐਸਾ ਸਿਮਰੋ ਨਿਤ।
ਜੇ ਕੰਮ ਪਏ ਤਾਂ ਹੀ ਨਾ ਗੁਰੂ ਕੋਲ ਵੀ ਅੱਜ ਕੰਮ ਪੈ ਗਿਆ ਵੀ ਪੁੱਤਰ ਦੀ ਦਾਤ ਦੇ ਤੇ ਕੰਮ ਹੀ ਹੈ ਨਾ ਜੀ। ਕਾਰੋਬਾਰ ਨਹੀਂ ਚੱਲਦਾ, ਕਿਰਪਾ ਕਰ ਮੇਰਾ ਕਾਰੋਬਾਰ ਚਲਾ। ਇਹ ਸਦਕਾ ਉਦੋਂ ਨਾ ਸਾਹਿਬ ਕਹਿੰਦੇ ਹਰ ਵਕਤ ਆ, ਹਰ ਸਮੇਂ ਆ, ਐਸਾ ਸਿਮਰੋ ਨਿਤ ਜਿਹਦੀ ਨਿਤਾ ਪ੍ਰਤੀ ਲੋੜ ਪੈਣੀ, ਉਸ ਕਰਤਾਰ ਨੂੰ ਨਿਤਾ ਪ੍ਰਤੀ ਸਿਮਰੀਏ। ਸਤਿਗੁਰੂ ਜੀ ਕਿਰਪਾ ਕਰਨ ਸਾਡੀ ਜ਼ਿੰਦਗੀ 'ਚ ਸਾਹਿਬਾ ਨਾਮ ਬਖਸ਼ਿਸ਼ ਕਰ ਦੇਣ, ਨਾਮ ਦੀ ਦਾਤ ਬਰਸਾ ਦੇਣ ਕਿ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਹੀ ਚਾਓ ਬਣ ਜੇ। ਅਗਲੇਰੇ ਸ਼ਲੋਕ ਦੀ ਵਿਚਾਰ ਕੱਲ ਦੇ ਦੀਵਾਨ ਅੰਦਰ ਆਪ ਸੰਗਤਾਂ ਸਰਵਣ ਕਰਨੀ ਜੀ। ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਗੁਰੂ ਰੂਪ ਸੰਗਤ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣ ਜੋਗ ਹਨ, ਬਖਸ਼ ਲੈਣ। ਕੋਟ ਕੋਟਾਨ ਧੰਨਵਾਦ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪ ਸੰਗਤਾਂ ਦਾ ਜਿਨ੍ਹਾਂ ਨੇ ਬੈਠ ਕਰਕੇ ਲਸਾਨੀ ਇਤਿਹਾਸ ਨੂੰ ਸਰਵਣ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੁਸ ਦਾ ਰੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਿਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਤ ਸੁਖ ਮਨਿਆ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ। ਜਿਸ ਦੀਆਂ ਵਡਿਆਈਆਂ, ਕਹੈ ਨਾਨਕ ਸੁਨੋ ਸੰਤੋ। ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਤਾਰੀਆ, ਪੰਚ ਦੂਤ ਦਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਜਨ ਕੋ ਸੇ ਨਾਮ ਹਰ ਕੈ ਲਾਗੇ। ਕਹੈ ਨਾ